ਉਥਾਨਕਾ ਕਹਿੰਦੇ ਨੇ ਕੋਈ ਵੀ ਕਹਾਣੀ ਹੁੰਦੀ ਆ ਉਹਦਾ ਇੱਕ ਪਲਾਟ ਹੁੰਦਾ ਹੈ, ਉਸ ਦੇ ਉੱਪਰ ਉਹ ਕਹਾਣੀ ਦੱਸੀ ਜਾਂਦੀ ਹੈ। ਦੁਨੀਆ ਦੀ ਆਪਾਂ ਇੱਕ ਦੋ ਐਗਜ਼ਾਮਪਲਸ ਲੈ ਲਈਏ, ਜਿਵੇਂ ਕਿਸੇ ਨੇ ਆਪਣਾ ਇੰਸ਼ੋਰੈਂਸ ਕਿਸੇ ਨੂੰ ਵੇਚਣਾ ਹੈ, ਇੰਸ਼ੋਰੈਂਸ ਵਾਲਾ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਜਾ ਕੇ ਪੋਲਿਸੀ ਤੁਸੀਂ ਪੋਲਿਸੀ ਵੇਚ ਦਿੱਤੀ ਹੈ, ਵੀ ਪੋਲਿਸੀ ਤੁਸੀਂ ਲੈ ਲਓ, ਵੇਚ ਰਿਹਾ ਹੈ, ਇੱਦਾਂ ਨਹੀਂ ਕਹੇਗਾ। ਉਹ ਤੁਹਾਡੇ ਕੋਲ ਜਾ ਕੇ ਕਹੇਗਾ ਵੀ ਅੱਜ ਸਮਾਂ ਬਹੁਤ ਖਰਾਬ ਹੈ। ਬੰਦੇ ਤੇ ਕਈ ਵਾਰੀ ਦੁੱਖ ਮੁਸੀਬਤ ਆ ਜਾਂਦੀ ਹੈ, ਉਹ ਦੁੱਖ ਅਤੇ ਮੁਸੀਬਤ 'ਚ ਜ਼ਿੰਦਗੀ ਭਰ ਦੀ ਕਮਾਈ ਰੁੜ ਜਾਂਦੀ ਹੈ। ਇਸ ਕਰਕੇ ਚੰਗਾ ਵੀ ਇੰਸ਼ੋਰ ਕਰ ਲਓ ਉਸ ਚੀਜ਼ ਨੂੰ, ਤੁਸੀਂ ਉਹਦੀ ਸੇਫਟੀ ਲਈ ਤੁਸੀਂ ਇਹ ਪੋਲਿਸੀ ਲੈ ਲਓ। ਕੱਲ੍ਹ ਨੂੰ ਜਦੋਂ ਕਿਤੇ ਕੋਈ ਦੁੱਖ ਜਾਂ ਤਕਲੀਫ ਆ ਗਈ ਵੀ ਤੁਹਾਡੀ ਮਦਦ ਹੋ ਜਾਏਗੀ। ਇੱਕ ਪਲਾਟ ਤਿਆਰ ਕਰਕੇ ਉਹਨੇ ਆਪਣੀ ਗੱਲ ਕਹੀ, ਗੱਲ ਸਮਝ ਵਿੱਚ ਪੈ ਗਈ। ਕੋਈ ਵੀ ਚੀਜ਼ ਹੈ ਉਹਦੇ ਲਈ ਪਹਿਲਾਂ ਉਹਦਾ ਬੇਸ ਤਿਆਰ ਕੀਤਾ ਜਾਂਦਾ ਹੈ। ਘਰ ਬਣਾਉਂਦੇ ਹੋਏ ਉਹਦਾ ਬੇਸ ਤਿਆਰ ਕਰਦੇ ਆ, ਫਿਰ ਉੱਪਰ ਬਿਲਡਿੰਗ ਬਣਦੀ ਹੈ। ਤੋ ਇੱਦਾਂ ਹੀ ਸਾਡੇ ਪੁਰਾਤਨ ਗੁਰੂ ਕੇ ਪਿਆਰੇ ਗੁਰਸਿੱਖ ਜਦੋਂ ਬਾਣੀ ਨੂੰ ਸਮਝਾਉਂਦੇ ਸੀ, ਜਿਹੜੇ ਗੁਰਬਾਣੀ ਦੇ ਅਰਥ ਕਰਦੇ ਸੀ, ਉਹ ਇੱਕ ਬੇਸ ਤਿਆਰ ਕਰਦੇ ਸੀ ਗੱਲ ਸਮਝਾਉਣ ਲਈ। ਤੇ ਜਦੋਂ ਉਹ ਬੇਸ ਤਿਆਰ ਹੋ ਜਾਂਦਾ ਸੀ, ਫਿਰ ਉਹ ਗੁਰੂ ਸ਼ਬਦ ਦੀ ਬਾਣੀ ਦੀ ਗੱਲ ਸਮਝਾਉਂਦੇ ਸੀ, ਸੰਗਤ ਦੀ ਸਮਝ ਵਿੱਚ ਪੈ ਜਾਂਦੀ ਸੀ। ਤੇ ਉਸ ਬੇਸ ਨੂੰ ਕਿਹਾ ਜਾਂਦਾ ਸੀ, ਉਸ ਪਲਾਟ ਤਿਆਰ ਕਰਨ ਨੂੰ ਕਿਹਾ ਜਾਂਦਾ ਸੀ ਉਥਾਨਕਾ। ਉਥਾਨਕਾ ਬੰਨੀ ਜਾਂਦੀ ਸੀ, ਉਥਾਨਕਾ ਦੇ ਆਧਾਰ ਤੇ ਫਿਰ ਉਹਦੇ ਅਰਥ ਕੀਤੇ ਜਾਂਦੇ ਸਨ। ਤੋ ਆਸਾ ਕੀ ਵਾਰ ਦੀ ਜੋ ਉਥਾਨਕਾ ਹੈ, ਇਹਦੇ ਸੰਬੰਧ ਵਿੱਚ ਮੈਂ ਥੋੜੇ ਜਿਹੇ ਬਚਨ ਸਾਂਝੇ ਕਰਕੇ ਫਿਰ ਆਪਾਂ ਸ਼ੁੱਧ ਉਚਾਰਨ ਅਤੇ ਵਿਚਾਰ ਸਾਂਝੀ ਕਰਾਂਗੇ। ਉਥਾਨਕਾ ਦੇ ਵਿੱਚ ਜਨਮ ਸਾਖੀ ਦੇ ਵਿੱਚ ਤੇ ਮੈਂ ਦਰਸ਼ਨ ਕਰ ਰਿਹਾ ਸੀ ਫਰੀਦਕੋਟ ਵਾਲਾ ਟੀਕਾ, ਉਸ ਟੀਕੇ ਦੇ ਵਿੱਚ ਅਤੇ ਭਾਈ ਹਰਬੰਸ ਸਿੰਘ ਜੀ ਦੁਆਰਾ ਲਿਖੇ ਹੋਏ ਟੀਕੇ ਦੇ ਵਿੱਚ ਕੁਝ ਉਥਾਨਕਾ ਦਿੱਤੀਆਂ ਗਈਆਂ ਨੇ। ਉਹਦੇ ਚੋਂ ਮੁੱਖ ਇਹ ਹੈ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਜਗਤ ਦਾ ਭ੍ਰਮਣ ਕਰਦੇ ਹੋਏ ਪਾਕਪਟਨ ਪਹੁੰਚੇ ਨੇ। ਆਪਾਂ ਪਾਕਪਟਨ ਕਹਿੰਦੇ ਹਾਂ, ਪਾਕ ਪੱਤਨ, ਜਿੱਥੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ। ਤੇ ਉਸ ਵੇਲੇ ਫਰੀਦ ਸਾਹਿਬ ਦੀ ਗੱਦੀ ਦੇ ਉੱਪਰ 11ਵੀਂ ਥਾਂ ਤੇ ਸ਼ੇਖ ਬ੍ਰਹਮ ਜੀ ਬੈਠੇ ਸਨ। ਸ਼ੇਖ ਬ੍ਰਹਮ ਅਸਲ ਨਾਮ ਸੀ ਸ਼ੇਖ ਇਬਰਾਹੀਮ, ਪਰ ਆਪਣੇ ਜਨਮ ਸਾਖੀ ਹੋਰਨਾਂ ਗ੍ਰੰਥਾਂ ਸ਼ੇਖ ਬ੍ਰਹਮ ਲਿਖਿਆ। ਉਹ ਬੈਠੇ ਸਨ ਉਸ ਗੱਦੀ ਤੇ। ਜਦੋਂ ਗੁਰੂ ਸਾਹਿਬ ਉੱਥੇ ਗਏ ਨੇ, ਸਤਿਗੁਰੂ ਜੀ ਨੇ ਉੱਥੇ ਸ਼ਬਦ ਗਾਇਨ ਕੀਤਾ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਰੱਬੀ ਰੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾਇਨ ਕੀਤਾ। ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ, ਇੱਕੋ ਇੱਕ ਹੈ। ਜਦੋਂ ਇਹ ਬਿਆਨ ਕੀਤਾ, ਉਹਨਾਂ ਦੇ ਮਨ 'ਚ ਸੰਸਾ ਆ ਗਿਆ। ਉਹ ਕਹਿੰਦੇ ਵੀ ਨਹੀਂ, ਇੱਕ ਨਹੀਂ ਹੈ, ਬਹੁਤ ਵੱਡਾ ਪਸਾਰਾ ਹੈ। ਤੇ ਗੁਰੂ ਸਾਹਿਬ ਦੇ ਨਾਲ ਫਿਰ ਸ਼ੇਖ ਬ੍ਰਹਮ ਦੀ ਵਿਚਾਰ ਹੋਈ ਤੇ ਉੱਥੇ ਲਿਖਿਆ ਵੀ ਗੁਰੂ ਸਾਹਿਬ ਨੇ ਪਹਿਲੀਆਂ 9 ਪੌੜੀਆਂ ਉੱਥੇ ਉਚਾਰਨ ਕੀਤੀਆਂ ਤੇ ਉਹਨਾਂ ਨੂੰ ਸਮਝਾਇਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਉਹ ਜਿੰਨੇ ਵੀ ਕੁਦਰਤ ਬਣੀ ਹੈ, ਜਿੰਨਾ ਪਸਾਰਾ ਬਣਿਆ, ਸਾਰਾ ਇੱਕ ਦਾ ਹੀ ਰੂਪ ਹੈ। ਉਹਦੇ ਹੁਕਮ ਦੇ ਵਿੱਚ ਹੀ ਬਣ ਰਿਹਾ, ਉਹਦੇ ਹੁਕਮ ਦੇ ਵਿੱਚ ਹੀ ਲੈ ਹੋ ਰਿਹਾ। ਤੇ ਜੀਵਾਂ ਨੂੰ ਸਮਝ ਕੇ ਆਉਣੀ ਆ ਰਹੀ, ਜੀਵਾਂ ਦੇ ਅੰਦਰ ਹਉਮੈ ਹੋਣ ਕਰਕੇ ਮੈਂ ਆਪਣਾ ਵੱਖਰਾ ਭਾਵ ਪੈਦਾ ਹੋਣ ਕਰਕੇ ਇਨਸਾਨ ਨੂੰ ਜਗਤ ਵੱਖਰਾ, ਪਰਮਾਤਮਾ ਵੱਖਰਾ ਮਹਿਸੂਸ ਹੁੰਦਾ ਹੈ। ਇਸ ਤੋਂ ਇਲਾਵਾ ਦੂਜੀ ਉਥਾਨ ਕਹਿ ਕੇ ਸੇਠ ਦੁਨੀ ਚੰਦ ਜੋ ਲਾਹੌਰ ਵਿੱਚ ਰਹਿੰਦਾ ਸੀ, ਉਹਦੇ ਕੋਲ ਗੁਰੂ ਸਾਹਿਬ ਨੇ ਕੁਝ ਸ਼ਬਦ ਉਚਾਰਨ ਕੀਤੇ। ਤੇ ਇੱਕ ਜਗ੍ਹਾ ਤੇ ਦਾਸ ਨੂੰ ਕਈ ਵਾਰੀ ਜਾਣ ਦਾ ਮੌਕਾ ਮਿਲਿਆ, ਪਟਿਆਲਾ ਜ਼ਿਲ੍ਹੇ ਦੇ ਵਿੱਚ ਨਾਭੇ ਦੇ ਕੋਲ ਇੱਕ ਪਿੰਡ ਹੈ ਛਿੰਟਾਂ ਵਾਲਾ, ਉਸ ਪਿੰਡ ਦਾ ਨਾਮ ਹੈ। ਉੱਥੇ ਗੁਰਦੁਆਰਾ ਬਣਿਆ, ਗੁਰਦੁਆਰਾ ਚਵਾਰਾ ਸਾਹਿਬ। ਉਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕੁਝ ਦਿਨ ਰਹੇ। ਉੱਥੇ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਦੇ ਕੁਝ ਸ਼ਲੋਕ ਉਚਾਰਨ ਕੀਤੇ ਸਨ। ਉਹ ਇਤਿਹਾਸਕ ਸਥਾਨ ਤੇ ਲਿਖ ਕੇ ਲਗਾਇਆ ਹੋਇਆ ਹੈ। ਤੋ ਇੱਦਾਂ ਗੁਰੂ ਸਾਹਿਬ ਜੀ ਨੇ ਇਹ ਬਾਣੀ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਸਮੇਂ ਤੇ ਵੱਖ-ਵੱਖ ਪੌੜੀਆਂ ਤੇ ਸ਼ਲੋਕ ਲਿਖੇ, ਉਚਾਰਨ ਕੀਤੇ। ਪਰ ਬਾਅਦ ਵਿੱਚ ਜਦੋਂ ਗੁਰੂ ਸਾਹਿਬ ਕਰਤਾਰਪੁਰ ਸਾਹਿਬ 18 ਸਾਲ ਗੁਰੂ ਸਾਹਿਬ ਲਾਸਟ ਦੇ ਜ਼ਿੰਦਗੀ ਦੇ ਅਖੀਰਲੇ ਸਮੇਂ 18 ਸਾਲ ਕਰਤਾਰਪੁਰ ਸਾਹਿਬ ਰਹੇ ਨੇ, ਉਦੋਂ ਫਿਰ ਗੁਰੂ ਸਾਹਿਬ ਦੀ ਸਮੁੱਚੀ ਬਾਣੀ ਨੂੰ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਮਹਾਰਾਜ ਦੇ ਹੁਕਮ ਮੁਤਾਬਕ ਉਹ ਸਾਰੀ ਬਾਣੀ ਨੂੰ ਇੱਕ ਤਰਤੀਬ ਦਿੱਤੀ, ਇੱਕ ਮਰਿਆਦਾ ਬੰਨੀ ਤੇ ਉਸ ਵੇਲੇ ਸਾਰੀ ਬਾਣੀ ਨੂੰ ਫਿਰ ਗੁਰੂ ਸਾਹਿਬ ਮਹਾਰਾਜ ਜੀ ਨੂੰ ਲਿਖਿਆ ਗਿਆ ਹੈ। ਤੋ ਇੱਦਾਂ ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾਈ ਤੇ ਉਹਦੇ ਵਰਣਨ ਨੂੰ ਸਤਿਗੁਰੂ ਜੀ ਨੇ ਪ੍ਰਗਟ ਕੀਤਾ ਹੈ। ਤੇ ਅੱਜ ਦੇ ਸ਼ਬਦ ਵਿੱਚੋਂ ਵੀ ਆਪਾਂ ਨੂੰ ਇਸੇ ਦੇ ਦਰਸ਼ਨ ਹੋਣਗੇ। ਜੋ ਅੱਜ ਦਾ ਸ਼ਲੋਕ ਦੂਸਰੀ ਪੌੜੀ ਨਾਲ 3 ਸ਼ਲੋਕ ਨੇ। ਪਹਿਲੇ ਸ਼ਲੋਕ ਦਾ ਪਾਠ ਆਪਾਂ ਸਤਿਕਾਰਯੋਗ ਵੀਰ ਜੀ
ਰਣਵੀਰ ਸਿੰਘ ਜੀ ਜੋ ਕਿ ਅੱਜ ਗੁਰਬਾਣੀ ਪਾਠ ਦੀ ਸੇਵਾ ਵਿੱਚ ਬੈਠੇ ਹਨ। ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਦਾ। ਤੇ ਉਹ ਪਾਠ ਕਰਨਗੇ। ਪਹਿਲਾਂ ਆਪਾਂ ਸ਼ੁੱਧ ਪਾਠ ਦੇਖਾਂਗੇ, ਫਿਰ ਉਸ ਤੋਂ ਬਾਅਦ 'ਚ ਜੋ ਮੁੱਖ ਵਿਚਾਰ ਹੈ ਉਹ ਸਾਂਝੀ ਕਰਾਂਗੇ। ਆਓ ਪਿਆਰ ਦੇ ਨਾਲ ਭਾਈ ਸਾਹਿਬ ਜੀ ਤੋਂ ਪਾਠ ਸਰਵਣ ਕਰੀਏ ਜੀ। ਸਤਨਾਮ। ਸ਼ਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ, ਸੱਚੈ ਸਭ ਤਾਨ ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਚ ਨਿਕਚ। ਹਾਂਜੀ, ਬਹੁਤ ਵਧੀਆ। ਇੱਕ ਦੋ ਕਥਾਵਾਂ ਤੇ ਧਿਆਨ ਦੇਣ ਦੀ ਲੋੜ ਹੈ, ਤੋ ਉਹ ਆਪਾਂ ਵਿਚਾਰਾਂਗੇ। ਸ਼ਲੋਕ ਮਹਿਲਾ ਪਹਿਲਾ। ਮਹਿਲਾ ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਮਹਿਲਾ ਸ਼ਬਦ ਉਚਾਰਨ ਕਰੀਏ ਜ਼ਿਆਦਾ ਵਧੀਆ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਇੱਥੇ ਸ਼ਬਦ ਜੋ ਸੱਚੇ ਆਇਆ, ਸੱਚਾ ਸ਼ਬਦ ਜਿੱਥੇ ਆਏਗਾ, ਸੱਚੇ ਦਾ ਅਰਥ ਹੋਏਗਾ ਸਦਾ ਥਿਰ ਰਹਿਣ ਵਾਲਾ, ਮਤਲਬ ਜਿਹੜਾ ਹਰ ਇੱਕ ਸਮੇਂ ਐਗਜ਼ਿਸਟ ਕਰੇ। ਉਹ ਲਾ, ਉਹ ਕਾਨੂੰਨ, ਉਹ ਤਾਕਤ, ਉਹ ਪਾਵਰ ਅਕਾਲ ਪੁਰਖ ਵਾਹਿਗੁਰੂ ਦੀ ਹੈ। ਤੋ ਸੱਚ ਤੇ ਹੀ ਗੁਰੂ ਨਾਨਕ ਸਾਹਿਬ ਨੇ ਦੱਸਿਆ, ਜਿੰਨੇ ਖੰਡ ਬ੍ਰਹਮੰਡ, ਲੋ ਆਕਾਰ, ਲੋਕ, ਧਰਤੀ, ਆਕਾਸ਼, ਪਤਾਲ, ਆਕਾਰ, ਜਿੰਨੀਆਂ ਵੀ ਆਕਾਰ ਵੱਖਰੇ ਵੱਖਰੇ ਜੋ ਆਪਾਂ ਦੇਖਦੇ ਹਾਂ, ਇਹ ਸਾਰਾ ਕੁਝ ਸੱਚ ਦੇ ਵਿੱਚੋਂ ਪੈਦਾ ਹੋ ਰਿਹਾ ਹੈ। ਇੱਥੇ ਝੂਠ ਨਹੀਂ ਹੈ ਕੁਝ ਵੀ, ਸਾਰਾ ਕੁਝ ਸੱਚ ਹੈ। ਜਦੋਂ ਇਹ ਵਚਨ ਆਪਾਂ ਸੁਣਦੇ ਹਾਂ ਤੇ ਮਨ ਦੇ ਵਿੱਚ ਹੈਰਾਨੀ ਹੁੰਦੀ ਹੈ ਵੀ ਕਮਾਲ ਦੀ ਗੱਲ ਹੈ। ਇੱਥੋਂ ਦੁਬਿਧਾ ਪੈਦਾ ਹੋ ਜਾਂਦੀ ਹੈ ਵੀ ਇੱਕ ਜਗ੍ਹਾ ਤੇ ਗੁਰੂ ਸਾਹਿਬ ਹੁਣ ਕਹਿ ਰਹੇ ਨੇ ਸਭ ਕੁਝ ਹੀ ਸੱਚ ਹੈ, ਖੰਡ ਬ੍ਰਹਮੰਡ, ਲੋ ਆਕਾਰ। ਦੂਜੇ ਪਾਸੇ ਗੁਰਬਾਣੀ ਦੇ ਵਿੱਚ ਅਨੇਕਾਂ ਹੀ ਸ਼ਬਦ ਐਸੇ ਆਉਂਦੇ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਜਗਤ ਨੂੰ ਵੀ ਝੂਠ ਕਿਹਾ, ਆਕਾਰ ਨੂੰ ਵੀ ਝੂਠ ਕਿਹਾ। ਸਮਝ ਨਹੀਂ ਲੱਗਦੀ ਵੀ ਸਾਰਾ ਕੁਝ ਝੂਠ ਹੈ ਜਾਂ ਸਾਰਾ ਕੁਝ ਸੱਚ ਹੈ। ਫਿਰ ਮਨੁੱਖ ਦੇ ਅੰਦਰ ਦੁਬਿਧਾ ਪੈਦਾ ਹੋ ਜਾਂਦੀ ਹੈ। ਤਾਂ ਗੁਰਬਾਣੀ ਦੇ ਫਲਸਫੇ ਨੂੰ ਸਮਝਣ ਦੇ ਲਈ ਗੁਰਬਾਣੀ ਦੇ ਵੱਖ-ਵੱਖ ਪੱਖ ਸਾਰੇ ਦੇਖਣੇ ਪੈਂਦੇ ਆ। ਇਹਦੇ ਸੰਬੰਧ 'ਚ ਮੋਟੀ ਜਿਹੀ ਵਿਚਾਰ ਇਹ ਸਮਝਣੀ ਹੈ, ਜਿੰਨੇ ਵੀ ਇਹ ਰਚਨਾ ਰਚੀ ਹੋਈ ਹੈ ਤੇ ਰਚਨਾ ਰਚਨ ਨੂੰ ਜਿਹੜੇ ਨਿਯਮ ਨੇ, ਇਹ ਦੋ ਤਰੀਕੇ ਨਾਲ ਹੈ। ਧਿਆਨ ਦੇਣਾ ਸਾਧ ਸੰਗਤ ਜੀ, ਇਹ ਦੋ ਤਰੀਕੇ ਨਾਲ ਹੈ ਗੁਰਮੁਖ ਪਿਆਰਿਓ। ਪਹਿਲਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਜ਼ਰੀਆ, ਪਰਮਾਤਮਾ ਦਾ ਹੁਕਮ, ਉਹਦੀ ਰਜ਼ਾ, ਉਹਦੇ ਹੁਕਮ, ਉਹਦੀ ਰਜ਼ਾ ਤੇ ਉਹਦੇ ਰੱਬੀ ਨਿਯਮ ਤੇ ਕਾਨੂੰਨਾਂ ਮੁਤਾਬਕ ਜਿਹੜੀ ਵੀ ਰਚਨਾ ਹੋਈ ਹੈ ਉਹ ਸੱਚ ਹੈ, ਉਹ ਝੂਠ ਨਹੀਂ ਹੈ। ਕਿਉਂਕਿ ਉਹ ਆਪ ਸੱਚ ਹੈ ਤੇ ਸੱਚ ਤੋਂ ਪੈਦਾ ਹੋਣ ਵਾਲੀ ਚੀਜ਼ ਸੱਚ ਹੀ ਹੋਵੇਗੀ। ਫਿਰ ਝੂਠ ਕਿਉਂ ਲਿਖਿਆ ਬਾਣੀ ਦੇ ਵਿੱਚ? ਝੂਠ ਕਿਸ ਤਰ੍ਹਾਂ ਲਿਖਿਆ ਹੈ? ਗੁਰਬਾਣੀ 'ਚ ਮਹਾਰਾਜ ਜੀ ਦੇ ਕਈ ਥਾਵੇਂ ਬਚਨ ਆਉਂਦੇ ਹਨ। ਆਸਾ ਕੀ ਵਾਰ 'ਚ ਵੀ ਅੱਗੇ ਜਾ ਕੇ ਬਚਨ ਆਉਣਗੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਵੀ ਕੂੜ ਹੈ, ਝੂਠ ਹੈ। ਜਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤਾਂ ਬਹੁਤ ਥਾਵੇਂ ਇਹ ਗੱਲ ਕਹਿੰਦੀ ਹੈ ਕਿ ਜਿੰਨਾ ਵੀ ਇਹ ਜਗਤ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਗੁਰੂ ਮਹਾਰਾਜ ਕਹਿੰਦੇ ਝੂਠੀ ਰਚਨਾ, ਕੂੜ ਰਚਨਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਆਪਣੇ ਬਚਨ ਆਉਂਦੇ ਨੇ ਮਾਝ ਕੀ ਵਾਰ ਦੇ ਵਿੱਚ। ਗੁਰੂ ਸਾਹਿਬ ਮਨੁੱਖ ਦੇ ਸਰੀਰ ਦੀਆਂ 10 ਅਵਸਥਾਵਾਂ ਦਾ ਜ਼ਿਕਰ ਕਰਕੇ ਉੱਥੇ ਦੱਸਦੇ ਨੇ। 90 ਕਾ ਸਹਿਜਾਸਨੀ, 9ਵੀਂ ਅਵਸਥਾ, 90 ਕਾ ਸਹਿਜਾਸਨੀ, ਮੂਲ ਨਾ ਜਾਣੇ ਅਪਵਲ, ਢੰਡੋਲਿਮ ਢੋਂਡਿਮ ਦਿੱਠ ਮੈਂ, ਨਾਨਕ ਜਗ ਧੂਏ ਕਾ ਧੌਲਰ। ਇਹ ਸਾਰਾ ਸੰਸਾਰ ਇੱਕ ਧੂਏ ਦਾ ਬੱਦਲ ਜਿਹੀ ਹੈ, ਭਾਵੇਂ ਦੀ ਅਸਲੀਅਤ ਕੁਝ ਨਹੀਂ ਪਤਾ ਲੱਗਦੀ। ਤੋ ਇਦਾਂ ਜਦੋਂ ਦੇਖਦੇ ਆ ਵੀ ਇੱਕ ਪਾਸੇ ਗੁਰੂ ਸਾਹਿਬ ਕਨਸੈਪਟ ਲੈਂਦੇ ਨੇ ਸਾਰੀ ਗੱਲ ਸੱਚ ਹੈ,
ਤੇ ਇੱਕ ਪਾਸੇ ਕਹਿੰਦੇ ਨੇ ਸਾਰਾ ਕੁਝ ਹੀ ਝੂਠ ਹੈ। ਮਨੁੱਖ ਹੈਰਾਨ ਹੋ ਜਾਂਦਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਫਿਰ ਇੱਥੋਂ ਸਾਨੂੰ ਗੁਰਬਾਣੀ ਦੇ ਵਿੱਚੋਂ ਉਥਾਨਕਾਂ ਦਾ ਪਤਾ ਲੱਗਦਾ ਵੀ ਕਿਹੜੇ ਪਲਾਟ ਤੇ ਕਿਸ ਵਿਸ਼ੇ ਤੇ ਸ਼ਬਦ ਉਚਾਰਨ ਕੀਤਾ, ਵੀ ਆਪਾਂ ਉਹਨੂੰ ਪਹਿਲਾਂ ਸਮਝਣਾ ਹੈ। ਉਹਨੂੰ ਸਮਝ ਕੇ ਫਿਰ ਸ਼ਬਦ ਦੀ ਸਹੀ ਵਿਚਾਰ ਸਮਝ ਆਉਂਦੀ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਝੂਠ ਕਦੋਂ ਹੈ, ਸਾਰਾ ਕੁਝ ਸੱਚ ਕਦੋਂ ਹੈ। ਸੱਚ ਉਦੋਂ ਹੈ ਜਦੋਂ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਮੁਤਾਬਕ ਰਚਿਆ ਹੋਇਆ ਦੇਖੀਏ, ਸਮਝੀਏ ਤੇ ਆਪਣੇ ਅੰਦਰ ਇਸ ਚੀਜ਼ ਨੂੰ ਮਹਿਸੂਸ ਕਰੀਏ ਤਾਂ ਸੱਚ ਹੈ। ਪਰ ਦੂਜਾ ਪੱਖ ਇਹ ਹੈ ਕਿ ਮਨੁੱਖ ਜਦੋਂ ਆਪਣੀ ਅਹੰ ਤੇ ਆਧਾਰਿਤ ਹੋ ਕੇ, ਅਹੰ ਕਹਿੰਦੇ ਨੇ ਹਉਮੈ, ਈਗੋ, ਮੈਂ, ਜਦੋਂ ਆਪਣੀ ਮੈਂ ਤੇ ਆਧਾਰਿਤ ਹੋ ਕੇ ਦੇਖਦਾ ਨਾ ਤਾਂ ਸਾਰਾ ਕੁਝ ਇੱਕ ਇਮੈਜਿਨਰੀ ਆ ਉਹਦੇ ਅੱਗੇ। ਮਤਲਬ ਇਮੈਜਿਨਰੀ ਉਹਨੇ ਕੀਤਾ, ਉਹਨੂੰ ਆਪਾਂ ਕਹੀਏ ਵੀ ਉਹਨੇ ਮੰਨਿਆ ਹੋਇਆ ਵੀ ਇਦਾਂ ਹੈ। ਉਸ ਚੀਜ਼ ਨੂੰ ਜਿਹਨੂੰ ਕਹਿੰਦੇ ਤਸੱਵੁਰ ਕਰਨਾ, ਇੱਕ ਇਮੈਜਿਨਰੀ ਬਣਾ ਲੈਣਾ, ਇੱਕ ਇਮੇਜ ਆਪਣੇ ਅੰਦਰ ਕ੍ਰੀਏਟ ਕਰ ਲੈਣੀ ਕਿਸੇ ਚੀਜ਼ ਦੀ। ਰਿਐਲਿਟੀ ਉਹਦੇ 'ਚ ਹੈ ਨਹੀਂ, ਉਹ ਵੱਖਰੀ ਗੱਲ ਹੈ। ਮਨੁੱਖ ਕੁਝ ਚੀਜ਼ਾਂ ਮੰਨੀ ਬੈਠਾ ਤੇ ਜਿਹੜੀਆਂ ਮੰਨੀ ਬੈਠਾ ਉਹਨਾਂ ਤੇ ਦ੍ਰਿੜ ਹੋਇਆ ਪਿਆ। ਦ੍ਰਿੜ ਕਿਉਂ ਹੋਇਆ ਪਿਆ? ਵੀ ਮੈਂ ਮੰਨ ਰਿਹਾ, ਮੈਨੂੰ ਪਤਾ ਹੈ, ਜਦ ਮੈਂ ਇਦਾਂ ਇਸ ਚੀਜ਼ ਬਾਰੇ ਸੋਚ ਰਿਹਾ ਇਹ ਇਦਾਂ ਹੀ ਹੈ, ਮਤਲਬ ਉਹਨੂੰ ਹੀ ਰਿਐਲਿਟੀ ਮੰਨੀ ਬੈਠਾ। ਹੁਣ ਉਹ ਰਿਐਲਿਟੀ ਹੈ ਨਹੀਂ ਹੈ, ਉਹ ਵੱਖਰੀ ਗੱਲ ਹੈ। ਤਾਂ ਗੁਰਬਾਣੀ ਕੀ ਕਰਦੀ ਹੈ? ਗੁਰਬਾਣੀ ਮਨੁੱਖ ਨੂੰ ਝੰਜੋੜਦੀ ਹੈ। ਗੁਰੂ ਸਾਹਿਬ ਹਲੂਣਾ ਦਿੰਦੇ ਨੇ, ਕਹਿੰਦੇ ਜਾਗ, ਜਿਹੜਾ ਕੁਝ ਤੂੰ ਆਪਣੀ ਹਉਮੈ ਕਰਕੇ ਮੰਨੀ ਬੈਠਾ ਵੀ ਜੋ ਮੈਨੂੰ ਪਤਾ ਹੈ, ਜੋ ਮੈਂ ਸੋਚਿਆ ਇਹੀ ਸੱਚ ਹੈ, ਇਹ ਸੱਚ ਨਹੀਂ ਹੈ, ਤੇਰੀ ਹਉਮੈ ਕਰਕੇ ਤੈਨੂੰ ਲੱਗ ਰਿਹਾ। ਇਹਨੂੰ ਇੱਕ ਦੁਨੀਆ ਦੀ ਐਗਜ਼ਾਮਪਲ ਨਾਲ ਸਮਝ ਲਓ। ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰ ਹੈ ਇਹਨਾਂ ਕੁਝ ਇੱਕ ਗੱਲਾਂ ਦੇ, ਜੇ ਅਸੀਂ ਧਿਆਨ ਦਈਏ, ਫੇਸਬੁੱਕ ਦੇ ਉੱਪਰ ਹੀ ਮਨੁੱਖ ਨੇ ਆਪਣੀ ਫਰੈਂਡ ਲਿਸਟ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਫਰੈਂਡ ਬਣਾਏ ਹੋਏ ਆ। WhatsApp ਗਰੁੱਪਸ ਦੇ ਵਿੱਚ ਵੀ ਤੁਸੀਂ ਦੇਖ ਲਓ ਕਿੰਨੇ ਕਿੰਨੇ ਦੋਸਤ ਆ, ਮਿੱਤਰ ਆ, ਉਹ ਕਿੰਨੇ ਲੋਕੀ ਐਡ ਕੀਤੇ ਹੋਏ ਆ। ਤੇ ਕਈ ਘੰਟਿਆਂ ਤੱਕ ਮਨੁੱਖ ਸਮਾਂ ਇਹਨਾਂ ਦੇ ਉੱਪਰ ਲਗਾ ਦਿੰਦਾ ਹੈ। ਈਵਨ ਕਈ ਘੰਟੇ ਨਹੀਂ, ਕਈ ਮਨੁੱਖ ਤਾਂ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਹੀ ਇਹਦੇ ਉੱਪਰ ਲਗਾ ਰਹੇ ਨੇ ਅੱਜ। ਤੇ ਉਹਨਾਂ ਨੂੰ ਜਿਨ੍ਹਾਂ ਨੂੰ ਕਦੇ ਫਿਜ਼ੀਕਲੀ ਮਿਲੇ ਨਹੀਂ, ਪਰ ਇੱਕ ਫਰੈਂਡ ਰਿਕੁਐਸਟ ਭੇਜੀ ਸੀ ਜਾਂ ਆਈ ਸੀ, ਉਹਨੂੰ ਆਪ ਪ੍ਰਵਾਨ ਕਰ ਲਿਆ ਤੇ ਅੱਗੋਂ ਫਰੈਂਡ ਬਣਾ ਲਏ, ਐਡ ਕਰ ਲਿਆ, ਚੱਲੀ ਗਿਆ। ਪਰ ਜਦੋਂ ਇਸ ਮਨੁੱਖ ਨੂੰ ਜਿਹਦੇ ਹਜ਼ਾਰਾਂ ਦੋਸਤ ਨੇ, ਹਜ਼ਾਰਾਂ ਫਰੈਂਡ ਨੇ, ਪ੍ਰੈਕਟੀਕਲੀ ਲਾਈਫ ਦੇ ਵਿੱਚ ਕਿਤੇ ਦੋਸਤ ਦੀ ਲੋੜ ਪੈ ਜਾਏ, ਕੋਈ ਦੁੱਖ ਆ ਗਿਆ, ਕੋਈ ਮੁਸੀਬਤ ਆ ਗਈ, ਤੇ ਉਸੇ ਟਾਈਮ ਇੱਕੋ ਦਮ ਇਸ ਨੂੰ ਕੋਈ ਲੋੜ ਪੈ ਗਈ ਸੀ ਫਿਜ਼ੀਕਲੀ, ਇਹਦੇ ਘਰ 'ਚ ਇਹਨੂੰ ਕਿਸੇ ਨੂੰ ਚੱਕਣਾ ਪੈ ਗਿਆ ਸੀ ਜਾਂ ਇਹਨੂੰ ਕਿਸੇ ਚੀਜ਼ ਦੀ ਫਸਟ ਏਡ ਦੀ ਲੋੜ ਪੈ ਗਈ ਕਿਸੇ ਤਰੀਕੇ ਨਾਲ, ਕੋਈ ਉਸ ਵੇਲੇ ਕੌਣ ਆਇਆ? ਜਿਹੜਾ ਆਪਣਾ ਕੋਈ ਗੁਆਂਢੀ ਸੀ ਉਹ ਆਇਆ, ਜਾਂ ਕਿਸੇ ਨੇ ਗਿਰਦੇ ਨੂੰ ਢਹਿੰਦੇ ਨੂੰ ਦੇਖਿਆ ਉਹ ਆਇਆ। ਹਾਲਾ ਫਰੈਂਡ ਵੀ ਨਾ ਹੋਵੇ ਫਰੈਂਡ ਲਿਸਟ ਦੇ ਵਿੱਚ, ਪ੍ਰੈਕਟੀਕਲੀ ਮਦਦ ਕਿਸੇ ਨੇ ਹੋਰ ਕੀਤੀ, ਪਰ ਉਹਨਾਂ ਨੇ ਕੁਝ ਵੀ ਨਾ ਕੀਤਾ। ਮਤਲਬ ਜਿਨ੍ਹਾਂ ਨੇ ਘੰਟਿਆਂ ਦੇ ਘੰਟੇ ਰੋਜ਼ਾਨਾ ਲਗਾਏ, ਉਹਨਾਂ ਦੇ ਵਿੱਚੋਂ ਕੋਈ ਆਇਆ ਨਾ, ਜਾਂ ਵੈਰੀ ਰੇਅਰ ਕੋਈ ਆਇਆ ਹੋਵੇ, ਕਿਸੇ ਨੂੰ ਪਤਾ ਲੱਗਿਆ ਹੋਵੇ, ਜਾਂ ਕਿਸੇ ਨੇ ਦੁੱਖ ਵੀ ਮਹਿਸੂਸ ਕੀਤਾ ਹੋਵੇ। ਬਹੁਤੇ ਤਾਂ ਇਹ ਵੀ ਨਹੀਂ ਕਰਦੇ ਵੀ ਚਲੋ ਹੁੰਦਾ ਹੀ ਰਹਿੰਦਾ ਹੈ। ਰਿਐਲਿਟੀ ਕੀ ਹੈ? ਰਿਐਲਿਟੀ ਉਹ ਜਿਹੜਾ ਪ੍ਰੈਕਟੀਕਲੀ ਤੁਹਾਡੇ ਕੰਮ ਆ ਰਿਹਾ। ਤੋ ਇਦਾਂ ਇੱਕ ਦੁਨੀਆਦਾਰੀ ਦਾ ਆਪਾਂ ਇੱਕ ਦੇਖ ਰਹੇ ਹਾਂ ਸੰਸਾਰ ਦੇ ਵਿੱਚ, ਬੱਚੇ ਗੇਮਾਂ ਖੇਡਦੇ ਆ, ਕਿੰਨੀਆਂ ਗੇਮਸ ਖੇਡੀ ਜਾਂਦੇ ਆ, ਪਰ ਪ੍ਰੈਕਟੀਕਲੀ ਉਹ ਗਰਾਊਂਡ ਵਿੱਚ ਜਾ ਕੇ ਖੇਡਣ, ਸਰੀਰ ਐਕਟਿਵ ਹੋਵੇ ਬੱਚੇ ਦਾ, ਉਹਨੂੰ ਵਧੀਆ ਭੁੱਖ ਲੱਗੇ, ਵਧੀਆ ਖਾਏ ਤੇ ਹੈਲਦੀ ਹੋਵੇ, ਇਹ ਗੱਲਾਂ ਬਹੁਤ ਘੱਟ ਹੋਣਗੀਆਂ ਬੱਚਿਆਂ ਦੇ ਵਿੱਚ। ਤੇ ਉਹ ਗੇਮ ਦੇ ਵਿੱਚ ਕਹਿੰਦੇ ਅਸੀਂ ਇਸ ਲੈਵਲ ਤੇ ਪੁੱਜ ਗਏ, ਅਸੀਂ ਇਸ ਲੈਵਲ ਤੇ ਪੁੱਜ ਗਏ, ਅਸੀਂ ਇਸ ਲੈਵਲ ਤੇ ਪੁੱਜ ਗਏ। ਤੇ ਬੱਚਾ ਜਿਹੜਾ ਵੱਡੀਆਂ ਵੱਡੀਆਂ ਗਨਸ ਲੈ ਕੇ ਵੱਡੇ ਵੱਡੇ ਉੱਥੇ ਗੱਡੀਆਂ ਚਲਾ ਰਿਹਾ, ਗੇਮ ਦੇ ਵਿੱਚ ਬਹੁਤ ਕੁਝ ਕਰ ਰਿਹਾ, ਪਰ ਪ੍ਰੈਕਟੀਕਲੀ ਉਸ ਬੱਚੇ ਨੂੰ ਕਹਿ ਦਿਓ ਵੀ 200 ਮੀਟਰ ਦੌੜ ਕੇ ਦਿਖਾ, 50 ਮੀਟਰ ਨਹੀਂ ਦੌੜੇਗਾ, ਦਮ ਛੱਡ ਜਾਏਗਾ ਉਸਦਾ। ਤਾਂ ਪ੍ਰੈਕਟੀਕਲ ਕੁਝ ਹੋਰ ਚੱਲ ਰਿਹਾ ਹੈ ਤੇ ਇੱਕ ਜਿਹੜੀ ਇਮੈਜਿਨਰੀ ਦੁਨੀਆ ਉਹਦੇ ਦਿਮਾਗ ਦੇ ਵਿੱਚ ਉਹਨੇ ਬਿਲਟ ਕਰ ਲਈ ਆ, ਉਹ ਕੁਝ ਹੋਰ ਹੈ। ਹੁਣ ਅਸਲ ਚੀਜ਼ ਕੀ ਸੀ? ਪ੍ਰੈਕਟੀਕਲ। ਮਾਤਾ ਪਿਤਾ ਕੀ ਕਹਿੰਦੇ ਨੇ ਵੀ ਆਹ ਚੀਜ਼ਾਂ ਤੇ ਧਿਆਨ ਦੇ, ਪਰ ਬੱਚੇ ਨੂੰ ਸਮਝ ਨਹੀਂ ਆ ਰਿਹਾ, ਬੱਚਾ ਉਹਦੇ ਚੋਂ ਨਿਕਲ ਨਹੀਂ ਰਿਹਾ। ਅੱਜ ਸਾਡੀ ਸਮੱਸਿਆ ਬਣ ਗਈ ਸਾਡੇ ਘਰਾਂ ਦੀ ਇਹ, ਸਾਰੇ ਹੀ ਆਪਾਂ ਇਹਦੇ ਵਿੱਚ ਆ, ਕੋਈ ਇਹ ਨਹੀਂ ਕੋਈ ਬਚਿਆ ਹੋਇਆ, ਸਾਰੇ ਕਿਤੇ ਇੱਕ ਮਤਲਬ ਗਲੋਬਲੀ ਆ ਇਹ ਜਿਹੜੀ ਪ੍ਰੋਬਲਮ ਸਾਰਿਆਂ ਨੂੰ ਫੇਸ ਕਰਨੀ ਪੈ ਰਹੀ ਹੈ। ਹੁਣ ਉਹ ਇਮੈਜਿਨਰੀ ਚੀਜ਼ਾਂ ਦੇ ਵਿੱਚੋਂ ਜੇ ਬੱਚੇ ਨਹੀਂ ਨਿਕਲ ਰਹੇ, ਮਾਤਾ ਪਿਤਾ ਨੂੰ ਦੁੱਖ ਹੈ। ਤਾਂ ਮੈਂ ਇਹ ਗੱਲ ਨਾਲ ਕਹਿਣੀ ਚਾਹਾਂਗਾ
ਕੇਵਲ ਬੱਚੇ ਨੇ ਬਲਕਿ ਜਿਹੜੇ ਸਿਆਣੇ ਨੇ ਮਾਤਾ ਪਿਤਾ ਨੇ ਉਹ ਆਪ ਇਹਨਾਂ ਇਮੈਜਨਰੀ ਚੀਜ਼ਾਂ 'ਚ ਫਸੇ ਹੋਏ ਹਨ। ਜੇ ਆਪ ਫਿਜ਼ੀਕਲੀ ਕੋਈ ਐਕਸਰਸਾਈਜ਼ ਕਰਦੇ ਹੋ, ਆਪ ਫਿਜ਼ੀਕਲੀ ਭੱਜ ਦੌੜ ਕਰਦੇ ਹੋਣ, ਆਪ ਫਿਜ਼ੀਕਲੀ ਆਪਣੇ ਫਰੈਂਡਸ ਨੂੰ ਮਿਲਦੇ ਹੋਣ, ਆਪ ਫਿਜ਼ੀਕਲੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਬੋਲ ਕੇ ਕਰ ਰਹੇ ਹੋਣ, ਤਾਂ ਉਹ ਚੀਜ਼ਾਂ ਦਾ ਅੱਗੇ ਬੱਚਿਆਂ ਤੇ ਵੀ ਅਸਰ ਪਏਗਾ। ਪਰ ਕਿਉਂਕਿ ਇੱਕ ਇਮੈਜਨਰੀ ਵਰਲਡ, ਇੱਕ ਇਮੈਜਨਰੀ ਦੁਨੀਆ ਸੀ ਬਣਾਈ ਹੋਈ, ਅਸੀਂ ਉਹਦੇ 'ਚ ਉਲਝੇ ਹੋਏ ਹਾਂ। ਇੱਕ ਬੰਦਾ ਕਿਸੇ ਸੰਸਥਾ ਦਾ ਕੋਈ ਆਗੂ ਬਣ ਜਾਂਦਾ, ਉਹ ਸੋਚਦਾ ਵੀ ਮੇਰੇ ਮੁਤਾਬਕ ਹੀ ਚੱਲੇਗਾ। ਦੂਜੇ ਕਹਿੰਦੇ ਨੇ ਠੀਕ ਹੈ, ਯੂ ਆਰ ਪ੍ਰੈਜ਼ੀਡੈਂਟ, ਪਰ ਵੀ ਆਰ ਆਲਸੋ ਮੈਂਬਰ ਆਫ ਦਿਸ ਆਰਗੇਨਾਈਜੇਸ਼ਨ, ਤੇ ਅਸੀਂ ਵੀ ਕੁਝ ਹਾਂ, ਤੇ ਉਹ ਕਹਿੰਦੇ ਸਾਡੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਸਲਾਹ ਲਈ ਜਾਏ। ਉਹ ਹੁਣ ਇੱਥੋਂ ਫਿਰ ਝਗੜੇ ਵੀ ਮੈਂ ਜਦ ਪ੍ਰੈਜ਼ੀਡੈਂਟ ਆ, ਮੈਂ ਜਦ ਕੋਈ ਵੀ ਚੇਅਰਮੈਨ ਆ, ਕੋਈ ਵੀ ਮੇਨ ਅਥਾਰਟੀ ਹੈ, ਵੀ ਮੇਰੇ ਮੁਤਾਬਕ ਚੱਲੇਗਾ। ਦੂਜੇ ਕਹਿੰਦੇ ਨੇ ਅਸੀਂ ਵੀ ਪਾਰਟ ਹਾਂ ਇਸ ਚੀਜ਼ ਦੇ। ਤੋ ਇਹ ਹਉਮੈ ਦਾ ਟਕਰਾਵ, ਹਉਮੈ ਦਾ ਮਨਮੁਟਾਵ, ਹਉਮੈ ਕਰਕੇ ਅਸੀਂ ਇੱਕ ਵਰਲਡ ਆਪਣੇ ਆਲੇ ਦੁਆਲੇ ਇੱਕ ਕ੍ਰੀਏਟ ਕੀਤਾ ਹੋਇਆ, ਉਹਦੇ 'ਚ ਅਸੀਂ ਉਲਝੇ ਹੋਏ ਹਾਂ ਦਿਨ ਰਾਤ। ਫਿਰ ਉਹ 'ਚ ਗਰੁੱਪ ਬਣਾਉਣੇ, ਉਹ ਗਰੁੱਪ ਬਣਾਉਣ ਦੇ ਲਈ ਆਪਣੇ ਗਰੁੱਪ ਨੂੰ ਭਾਰਾ ਕਰਨ ਲਈ ਕੁਝ ਜਾਤ ਦੇ ਨਾਂ 'ਤੇ ਡਿਵਾਈਡ ਕਰ ਦੇਣੇ, ਕੁਝ ਬੋਲੀ ਦੇ ਨਾਂ 'ਤੇ ਡਿਵਾਈਡ ਕਰ ਦੇਣਾ, ਕੁਝ ਨੂੰ ਇਲਾਕੇ ਦੇ ਨਾਂ 'ਤੇ ਲੈ ਆਉਣਾ ਆਪਣੇ ਨਾਲ, ਕੁਝ ਨੂੰ ਕਿਸੇ ਹੋਰ ਲਾਲਚ ਵਿੱਚ ਇੰਟਰਸਟ ਦੇ ਕੇ ਆਪਣੇ ਨਾਲ ਲੈ ਆਉਣਾ। ਤੋ ਇੱਦਾਂ ਅਸੀਂ ਇੱਕ ਦੁਨੀਆ ਵੱਖਰੀ ਬਣਾ ਲੈਂਦੇ ਹਾਂ। ਗੁਰਬਾਣੀ ਜਦੋਂ ਕਹਿੰਦੀ ਹੈ ਝੂਠ ਹੈ, ਤਾਂ ਇਹ ਸਾਡੀ ਹਉਮੈ 'ਤੇ ਆਧਾਰਿਤ ਬਣੀ ਹੋਈ ਦੁਨੀਆ ਨੂੰ ਝੂਠ ਕਹਿੰਦੀ ਹੈ। ਇਹ ਗੱਲ ਯਾਦ ਰੱਖਿਓ, ਜਿਹੜੀ ਅਸੀਂ ਹਉਮੈ 'ਤੇ ਆਧਾਰਿਤ ਹੋ ਕੇ ਦੁਨੀਆ ਬਣਾ ਲਈ ਨਾ, ਉਹ ਝੂਠ ਹੈ। ਸੱਚ ਕੀ ਹੈ? ਸੱਚ ਉਹ ਹੈ ਜਿਹੜੇ ਮੇਰੇ ਮਾਲਕ ਨੇ ਉਹਦੇ ਨਿਯਮਾਂ ਮੁਤਾਬਕ ਬਣੀ ਹੋਈ ਦੁਨੀਆ ਜਗਤ ਹੈ। ਉਹ ਸੱਚ ਜਿੱਥੇ ਜਾ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਰਨ ਨੂੰ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਵੀ ਇੱਕ ਰਿਐਲਿਟੀ ਹੈ, ਤੁਹਾਡੇ ਸਾਹਮਣੇ ਜੇ ਜਨਮ ਹੋ ਰਿਹਾ ਇਹ ਵੀ ਹੋਏਗਾ, ਉਹ ਤਾਂ ਹੁਕਮ ਹੈ, ਇਹ ਸੱਚ ਹੈ, ਸੱਚ ਵਿੱਚ ਹੀ ਸਾਰਾ ਕੁਝ ਵਰਤ ਰਿਹਾ। ਤੋ ਇਹ ਦੋ ਤਰ੍ਹਾਂ ਨਾਲ ਹੈ। ਜਦੋਂ ਗੁਰੂ ਸਾਹਿਬ ਸਾਡੀ ਦੁਨੀਆ ਦੀ ਗੱਲ ਕਰਦੇ ਨੇ, ਜੋ ਅਸੀਂ ਆਪਣੇ ਹਉਮੈ ਕਰਕੇ ਬਿਲਡ ਕੀਤੀ ਆਲੇ ਦੁਆਲੇ ਇੱਕ ਇਮੈਜਨਰੀ ਵਰਲਡ, ਉਹਨੂੰ ਗੁਰਬਾਣੀ ਝੂਠ ਕਹਿੰਦੀ ਹੈ। ਪਰ ਜਦੋਂ ਰੱਬ ਦੇ ਨਿਯਮਾਂ ਮੁਤਾਬਕ ਕੋਈ ਗੱਲ ਕਰਨੀ ਹੁੰਦੀ ਆ, ਉੱਥੇ ਗੁਰੂ ਸਾਹਿਬ ਉਹਨੂੰ ਸੱਚ ਕਹਿੰਦੇ ਹਨ। ਤੋ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਦੇ ਹੁਕਮਾਂ ਮੁਤਾਬਕ ਹੈ, ਉਹਦੀ ਹਰ ਇੱਕ ਚੀਜ਼ ਨੂੰ ਸੱਚ ਕਹਿ ਕੇ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ। ਆਪ ਜੀ ਕਹਿ ਰਹੇ ਹਨ, ਫਰਮਾ ਰਹੇ ਹਨ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ, ਨਾਣੇ ਨਾਲ ਹੈ ਕਰਨੇ, ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੈ, ਆਖੈ ਬਹੁਵਚਨ ਪਲੂਰਲ, ਲੱਖ ਕਰੋੜ, ਸੱਚਾ ਸਭ ਤਾਣ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ। ਇੱਥੇ ਜਦੋਂ ਆਪਾਂ ਪਾਠ ਕਰਨਾ ਭਾਈ ਸਾਹਿਬ ਜੀ, ਜਿਵੇਂ ਤੁਸੀਂ ਕੀਰਤਨ ਵੀ ਕਰਦੇ ਆ, ਧਿਆਨ ਦੇਣਾ ਆਪਾਂ ਨੇ। ਜਦੋਂ ਆਪਾਂ ਸਾਲਾਹ ਹਾਹੇ ਨੂੰ ਬਹੁਤਾ ਜ਼ੋਰ ਦੇਵਾਂਗੇ, ਉਹ ਸਾਲਾਹ ਹਾ ਬਣ ਜਾਣਾ, ਹਾਹੇ ਨੂੰ ਕੰਨਾ ਲੱਗ ਜਾਣਾ ਆਪਣੇ ਆਪ ਨੂੰ, ਸਾਲਾਹ ਇੱਦਾਂ ਹੋ ਜਾਊ। ਇਸ ਕਰਕੇ ਹਾਹੇ ਤੇ ਜ਼ੋਰ ਨਹੀਂ ਦੇਣਾ ਆਪਾਂ, ਸਾਲਾਹ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਬਸ ਤੇ ਇੱਥੇ ਰੁਕ ਜਾਣਾ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜਿਹੜੇ ਸੱਚ ਨੂੰ ਧਿਆਉਂਦੇ ਹਨ ਸੱਚ ਦਾ ਰੂਪ ਹੋ ਜਾਂਦੇ ਹਨ। ਜੋ ਮਰ ਜੰਮੇ, ਜਿਹੜੇ ਮਰਨ ਤੇ ਜੰਮਣ ਚ ਅਜੇ ਪਏ ਨੇ ਵੀ ਮੈਂ ਮਰ ਰਿਹਾ, ਮੈਂ ਜਨਮ ਰਿਹਾ, ਜੇ ਹਉਮੈ ਤੇ ਆਧਾਰਿਤ ਨੇ, ਸੋ ਕੱਚ ਨੇ ਕੱਚ, ਸੋ ਹਲਕਾ ਜਿਹਾ ਪੈਣ ਕਹਿੰਦਾ ਸੋ ਕੱਚ ਨੇ ਕੱਚ, ਉਹ ਕੱਚੇ ਤੋਂ ਕੱਚੇ ਹੈ ਵੀ ਅਜੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ। ਹਾਂਜੀ, ਅਗਲਾ ਸ਼ਲੋਕ ਪੜ੍ਹੀਏ। ਮਹਿਲਾ ਪਹਿਲਾ, ਵੱਡੀ ਵਡਿਆਈ ਜਾ ਵੱਡਾ ਨਾਉ। ਹਾਂਜੀ, ਇੱਥੇ ਆਪਾਂ ਸ਼ੁਰੂ 'ਚ ਹੀ ਥੋੜਾ ਰੁਕੀਏ। ਵੱਡੀ ਵਡਿਆਈ, ਵੱਡੀ ਵਡਿਆਈ ਦਾ ਅਰਥ ਕੀ ਆ? ਵੱਡੀ ਤੋਂ ਅਰਥ ਬਹੁਤ ਵੱਡੀ, ਗ੍ਰੇਟ। ਵਡਿਆਈ ਦਾ ਇੱਥੇ ਅਰਥ ਆਪਾਂ ਲਵਾਂਗੇ ਜੋ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ, ਬਹੁਤ ਸਟੀਕ ਅਰਥ ਕੀਤਾ, ਇੱਕ ਖੂਬੀ, ਇੱਕ ਖਾਸੀਅਤ। ਵਾਹਿਗੁਰੂ ਦੀ ਇਹ ਇੱਕ ਖੂਬੀ ਹੈ, ਇਹ ਉਹਦੀ ਖਾਸੀਅਤ ਹੈ। ਇੱਦਾਂ ਕਹਿ ਕੇ ਗੁਰੂ ਸਾਹਿਬ ਨੇ ਕਈ ਖਾਸੀਅਤਾਂ ਤੇ ਕਈ ਖੂਬੀਆਂ ਦੱਸੀਆਂ ਨੇ। ਕਿਹੜੀਆਂ ਕਿਹੜੀਆਂ ਖੂਬੀਆਂ ਤੇ ਖਾਸੀਅਤਾਂ ਹਨ, ਉਹ ਆਪ ਜੀ ਦੱਸ ਰਹੇ ਹਨ। ਹਾਂਜੀ, ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਉ।
ਵੱਡੀ ਵਡਿਆਈ ਜਾਣੇ ਚਲ ਥਾਉ, ਵੱਡੀ ਵਡਿਆਈ ਜਾਣੈ ਅਲਾਉ। ਵੱਡੀ ਵਡਿਆਈ ਬੁੱਝੈ ਸਭ ਭਾਉ, ਵੱਡੀ ਵਡਿਆਈ ਜਾ ਪੁੱਛ ਨਾ ਦਾਤ। ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾ ਨ ਕਥਨੀ ਜਾਏ। ਕੀਤਾ ਕਰਨਾ ਸਰਬ ਰਜਾਏ। ਹਾਂਜੀ, ਵੱਡੇ ਵਡਿਆਈ ਵਾਹਿਗੁਰੂ ਦੀ ਇਹ ਖੂਬੀ ਹੈ, ਜਾ ਵੱਡਾ ਨਾਮ, ਜਦੋਂ ਉਸ ਦਾ ਨਾਮ ਬਹੁਤ ਵੱਡਾ ਹੈ। ਇੱਥੇ ਜਾ ਸ਼ਬਦ ਆ ਰਿਹਾ, ਜਾ ਜੱਜੇ ਨੂੰ ਕੰਨਾ। ਬਹੁਤ ਵਾਰੀ ਜਦੋਂ ਜੱਜੇ ਨੂੰ ਕੰਨਾ ਲੱਗਿਆ ਹੋਏਗਾ ਨਾ, ਤੇ ਉੱਥੇ ਆਪਾਂ ਨੇ ਧਿਆਨ ਦੇਣਾ, ਇੱਕ ਇਹਦਾ ਉਚਾਰਨ ਹੈ ਜਾ, ਇੱਕ ਹੈ ਜਾਂ। ਨਾਸਕੀ ਉਚਾਰਨ, ਜਿਵੇਂ ਬਿੰਦੀ ਲੱਗੀ ਹੁੰਦੀ ਹੈ ਜਾਂ। ਜਾਂ ਆਪਾਂ ਸ਼ਬਦ ਕਦੋਂ ਉਚਾਰਨ ਕਰਦੇ ਹਾਂ? ਜਾਂ ਸ਼ਬਦ ਉਚਾਰਨ ਕੀਤਾ ਜਾਂਦਾ ਜਦੋਂ ਦੋ ਗੱਲਾਂ ਹੋਣ, ਆਪਸ਼ਨਲ ਗੱਲ ਹੋਵੇ, ਜਾਂ ਇੱਦਾਂ ਜਾਂ ਉੱਦਾਂ। ਜਦੋਂ ਆਪਸ਼ਨਲ ਗੱਲ ਹੋ ਗਈ ਵੀ ਜਾਂ ਇਸ ਤਰ੍ਹਾਂ ਕਰ ਲਓ ਜਾਂ ਉਸ ਤਰ੍ਹਾਂ ਕਰ ਲਓ, ਜਦੋਂ ਤਾਂ ਇੱਦਾਂ ਕੋਈ ਆਪਸ਼ਨਲ ਗੱਲ ਹੈ, ਕੋਈ ਚੁਆਇਸ ਦੀ ਗੱਲ ਹੈ, ਉੱਥੇ ਤਾਂ ਆ ਜਾਏਗਾ ਜਾਂ। ਜਦੋਂ ਹੋਏਗਾ ਇਹਦਾ ਸੰਬੋਧਨ ਵਾਹਿਗੁਰੂ ਨੂੰ, ਜਿਸ ਦਾ, ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਜਾ, ਤਾਂ ਉੱਥੇ ਉਚਾਰਨ ਜਾ ਨਾਲ ਹੋਏਗਾ, ਜਾਂ ਨਹੀਂ ਕਹਿਣਾ। ਜਿਵੇਂ ਮਹਾਰਾਜ ਜੀ ਦਾ ਹੁਕਮਨਾਮੇ ਦਾ ਸ਼ਬਦ ਆਉਂਦਾ ਨਾ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਉੱਥੇ ਜਾ ਕਉ ਹੈ। ਜਾ ਕਉ ਮਤਲਬ ਜਿਸ ਨੂੰ। ਉੱਥੇ ਜੇ ਕੋਈ ਪਾਠ ਕਰੇਗਾ ਜਾਂ ਕਉ ਹਰ ਰੰਗ, ਜਾਂ ਕਉ ਤਾਂ ਬਣੇਗਾ ਹੀ ਨਹੀਂ, ਉੱਥੇ ਕੋਈ ਆਪਸ਼ਨਲ ਗੱਲ ਹੀ ਨਹੀਂ ਹੈ। ਉੱਥੇ ਹੈ ਜਾ ਕਉ ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਗਿਆ ਹੈ। ਹੁਣ ਪਰ ਇਹਦੇ ਨਾਲ ਇੱਕ ਸ਼ਬਦ ਦੇ ਹੋਰ ਦਰਸ਼ਨ ਕਰੋ। ਇੱਕ ਆਪਾਂ ਪਾਠ ਕਰਦੇ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਉੱਥੇ ਇੱਕ ਗੱਲ ਆ ਗਈ, ਇੱਕ ਕੰਡੀਸ਼ਨ ਲੱਗ ਗਈ। ਆਪਸ਼ਨਲ ਵੀ ਹੋ ਸਕਦਾ, ਕੰਡੀਸ਼ਨਲ ਵੀ ਹੋ ਸਕਦਾ। ਜਾਂ ਤੂੰ ਮੇਰੇ ਵੱਲ ਹੈ, ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤਾਂ ਮੈਨੂੰ ਕਿਸੇ ਦੀ ਕੀ ਮੁਤਾਜ਼ਗੀ ਹੈ। ਹੁਣ ਇੱਥੇ ਜਾਂ ਤੇ ਤਾਂ ਸ਼ਬਦ ਜਦੋਂ ਆ ਗਿਆ ਤਾਂ ਉਹਦੇ 'ਚ ਆਪਾਂ ਨੂੰ ਆ ਜਾਏਗਾ ਵੀ ਉੱਥੇ ਜਾਂ ਦੇ ਜੱਜੇ ਨੂੰ ਕੰਨਾਂ ਤੇ ਉੱਤੇ ਬਿੰਦੀ ਦਾ ਉਚਾਰਨ, ਨਾਸਕੀ ਉਚਾਰਨ ਹੋ ਜਾਏਗਾ। ਬਿੰਦੀ ਆਪਾਂ ਸਮਝਣ ਲਈ ਕਹਿ ਲੈਂਦੇ ਹਾਂ, ਉੱਦਾਂ ਇਹਦੇ ਲਈ ਨਾਸਕੀ ਉਚਾਰਨ ਸ਼ਬਦ ਵੀ ਵਰਤ ਸਕਦੇ ਹਾਂ। ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੇ ਜਿੱਥੇ ਵੀ ਅਰਥਾਂ ਦੇ ਵਿੱਚ ਲਿਖਿਆ, ਉਹਨਾਂ ਨੇ ਨਾਸਕੀ ਉਚਾਰਨ ਲਿਖਿਆ। ਮੈਨੂੰ ਵਧੀਆ ਲੱਗੀ ਗੱਲ ਇਹ, ਕਿਉਂਕਿ ਕਈ ਜਗ੍ਹਾ ਆਪਾਂ ਕਹਿੰਦੇ ਨਾ ਬਿੰਦੀ ਦਾ ਉਚਾਰਨ ਕਰੋ, ਤੇ ਕਈ ਵਾਰੀ ਇਤਰਾਜ਼ ਹੋ ਜਾਂਦਾ ਹੈ। ਕੁਝ ਲੋਕੀ ਕਹਿੰਦੇ ਨੇ ਵੀ ਆਪਣੇ ਕੋਲੋਂ ਬਿੰਦੀਆਂ ਲਾ ਦਿੱਤੀਆਂ। ਬਿੰਦੀ ਦੇ ਲਾਉਣ ਦੀ ਗੱਲ ਨਹੀਂ ਹੈ, ਨਾ ਗੁਰਬਾਣੀ 'ਚ ਆਪਣੇ ਕੋਲੋਂ ਕਿਸੇ ਨੇ ਲਾਈ ਹੈ ਤੇ ਨਾ ਕੋਈ ਲਗਾ ਸਕਦਾ। ਕਿਸੇ ਕੋਲ ਕੋਈ ਅਥਾਰਟੀ ਨਹੀਂ ਹੈ ਕਿ ਗੁਰਬਾਣੀ ਦੇ ਵਿੱਚ ਆਪਣੇ ਕੋਲੋਂ ਕਿਸੇ ਸ਼ਬਦ ਦੇ ਨਾਲ ਲਗਾ, ਮਾਤਰ, ਬਿੰਦੀ, ਕੰਨਾ ਕੁਝ ਵੀ ਲਗਾ ਸਕਦਾ ਹੋਵੇ ਜਾਂ ਹਟਾ ਸਕਦਾ ਹੋਵੇ, ਇਹ ਨਹੀਂ ਹੈ। ਪਰ ਕਿਸੇ ਸ਼ਬਦ ਦਾ ਇੱਕ ਕਰੈਕਟ ਪ੍ਰੋਨਾਂਸੀਏਸ਼ਨ ਹੁੰਦਾ ਆ, ਉਹ ਜੇ ਆਪਾਂ ਕਰਦੇ ਹਾਂ ਤੇ ਉਹਦੇ ਨਾਲ ਸੁਣਨ ਵਾਲੇ ਨੂੰ ਵਧੀਆ ਸਮਝ ਆ ਸਕਦੀ ਹੈ, ਤੇ ਉਹ ਸਮੇਂ-ਸਮੇਂ ਮੁਤਾਬਕ ਉਹ 'ਚ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਕੋਈ ਵੀ ਚੀਜ਼ ਹੈ, ਇੰਗਲਿਸ਼ ਦੇ ਵਿੱਚ ਤੁਸੀਂ ਦੇਖੋ ਕਿੰਨੇ ਸ਼ਬਦ ਨੇ ਜਿਹੜੇ ਸਮੇਂ-ਸਮੇਂ ਮੁਤਾਬਕ ਜਿਨ੍ਹਾਂ ਦੇ ਪ੍ਰੋਨਾਂਸੀਏਸ਼ਨ ਵਿੱਚ ਚੇਂਜ ਆਉਂਦੀ ਗਈ ਹੈ ਤੇ ਅਜੇ ਆ ਰਹੀ ਆ ਹੋਰ, ਤਾਂ ਉਹਨਾਂ ਨੂੰ ਅਸੀਂ ਜੇ ਪ੍ਰਵਾਨ ਕਰਦੇ ਹਾਂ ਤੇ ਗੁਰਬਾਣੀ ਦੇ ਸ਼ਬਦਾਂ ਨੂੰ ਵੀ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਅਸੀਂ ਪੜ੍ਹ ਕੇ ਸੰਗਤ ਤੱਕ ਸਮਝਾ ਸਕੀਏ, ਤਾਂ ਸਾਨੂੰ ਇਹਦੇ ਲਈ ਉਪਰਾਲਾ ਕਰਨਾ ਚਾਹੀਦਾ। ਤੇ ਇੱਥੇ ਨਹੀਂ ਕਿ ਅਸੀਂ ਜਿੰਨਾ ਸਾਨੂੰ ਪਤਾ ਇਟਸ ਓਕੇ ਸੈਂਡ ਫਾਰ ਅਸ, ਇੱਦਾਂ ਨਹੀਂ ਕਹਿਣਾ। ਤੇ ਆਪਾਂ ਸਿੱਖਦੇ ਹੀ ਰਹਿਣਾ ਆਪਾਂ। ਤੋ ਸਿੱਖਣ ਦੀ ਕੋਈ, ਮੈਂ ਪਹਿਲੇ ਦਿਨ ਵੀ ਵਿਚਾਰ ਕੀਤੀ ਸੀ ਵੀ ਸਿੱਖ ਅਖੀਰ ਦੇ ਸਾਹ ਤੱਕ ਜ਼ਿੰਦਗੀ ਦੇ ਨਹੀਂ ਕਹਿ ਸਕਦਾ ਮੈਂ ਸਿੱਖ ਗਿਆ, ਮੈਂ ਪਰਫੈਕਟ ਹੋ ਗਿਆ। ਨਹੀਂ, ਅਖੀਰ ਦੇ ਸਵਾਸ ਤੇ ਵੀ ਕਹਿੰਦਾ ਮਹਾਰਾਜ ਮੈਂ ਤੇਰਾ ਸਿੱਖ ਹਾਂ, ਤੂੰ ਮੈਨੂੰ ਬਖਸ਼। ਕਿੱਡਾ ਹੀ ਵਿਦਵਾਨ ਕਿਉਂ ਨਾ ਹੋਵੇ, ਕਿੱਡਾ ਮਹਾਤਮਾ ਕਿਉਂ ਨਾ ਹੋਵੇ। ਤੋ ਇਹ ਸ਼ਬਦ ਜਿਹੜਾ ਆਪਾਂ ਕਹਿ ਰਹੇ ਹਾਂ ਜਾਂ, ਇੱਥੇ ਆਪਾਂ ਪਾਠ ਕਰਨਾ ਜਦੋਂ ਵੀ, ਜੇ ਉਹਦੇ 'ਚ ਕੋਈ ਆਪਸ਼ਨਲ ਹੈ, ਕੋਈ ਕੰਡੀਸ਼ਨ ਲੱਗੀ ਹੋਈ ਹੈ, ਤਾਂ ਆਪਾਂ ਜਾਂ ਸ਼ਬਦ ਕਹਿਣਾ। ਤੇ ਜਿੱਥੇ ਕਿਸੇ ਨੂੰ ਪ੍ਰਨਾਉਨ ਰੂਪ ਦੇ ਵਿੱਚ ਹੈ, ਇੱਕ ਨਾਉਨ ਹੁੰਦਾ, ਇੱਕ ਪ੍ਰਨਾਉਨ ਹੁੰਦਾ, ਕਿਸੇ ਦੇ ਸੰਬੰਧ 'ਚ ਕੋਈ ਗੱਲ ਕਹੀ ਜਾ ਰਹੀ ਹੈ, ਉੱਥੇ ਜਾ ਸ਼ਬਦ ਆਏਗਾ। ਤੋ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ। ਐਗਜ਼ਾਮਪਲ ਮੈਂ ਆਪ ਨਾਲ ਸਾਂਝੀ ਕੀਤੀ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਜਾਂ ਤੇ ਤਾਂ ਦੀ ਗੱਲ ਆ ਗਈ, ਉੱਥੇ ਜਾਂ ਆਏਗਾ। ਪਰ ਜੇ ਕਿਸੇ ਪਰਸਨ ਨੂੰ ਕਿਸੇ ਨਾਲ ਸੰਬੋਧਨ ਹੈ, ਇੱਕ ਆਪਾਂ ਪ੍ਰਨਾਉਨ ਹੀ ਕਹਿ ਸਕਦੇ ਹਾਂ ਇਹਨੂੰ, ਮਤਲਬ ਕਿਸੇ ਨਾਲ ਕਿਸੇ ਵੱਲ ਇਸ਼ਾਰਾ ਕੀਤਾ ਜਾ ਰਿਹਾ, ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮੈਂ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਗਿਆ, ਉੱਥੇ ਜਾ ਆਏਗਾ।
ਤੋ ਅੱਜ ਦੇ ਸ਼ਬਦ ਵਿੱਚ ਵੀ ਇੱਥੇ ਵੱਡੀ ਵਡਿਆਈ ਜਾਂ ਵੱਡਾ ਨਾਮ, ਉਹਦੀ ਵੱਡੀ ਵਡਿਆਈ ਇਹ ਹੈ ਜਿਸ ਦਾ ਨਾਂ ਬਹੁਤ ਵੱਡਾ ਹੈ। ਕਿਸੇ ਵੀ ਰੂਪ ਚ ਲੈ ਉਹਦਾ ਨਾਂ ਤੇ ਚੱਲੇ ਰਿਹਾ ਰੱਬ ਜੀ ਦਾ। ਵੱਡੀ ਵਡਿਆਈ ਜਾਂ ਸੱਚ ਨਿਆਓ, ਜਿਸ ਦਾ ਨਿਆਂ ਬੜਾ ਸੱਚਾ ਹੈ। ਜਿਸ ਦਾ ਕਰਕੇ ਪ੍ਰਨਾਉਨ ਰੂਪ ਦੇ ਵਿੱਚ ਜਾ ਸ਼ਬਦ ਦਾ ਜਾਏਗਾ। ਵੱਡੀ ਵਡਿਆਈ ਜਾਂ ਨਿਹਚਲ ਥਾਉ ਥਾਉ, ਇੱਥੇ ਆਪਾਂ ਨਾਸਕੀ ਉਚਾਰਨ ਕਰਾਂਗੇ। ਵੱਡੀ ਵਡਿਆਈ ਜਾਣਾ ਆਲਾਓ, ਜਾਣੇ ਦਾ ਅਰਥ ਹੈ ਜਾਣ ਦਾ, ਆਲਾਓ ਦਾ ਅਰਥ ਹੈ ਜੋ ਤੁਸੀਂ ਅਲਾਉਂਦੇ ਹੋ, ਜੋ ਤੁਹਾਡੇ ਮਨ ਦੀ ਭਾਵਨਾ ਹੁੰਦੀ ਹੈ ਉਹਨੂੰ ਜਾਣਦਾ। ਜੇ ਤੁਸੀਂ ਬੇਨਤੀ ਕਰਦੇ ਸੁਣਦਾ ਹੋ, ਉਹ ਚੀਜ਼ ਦਾ ਇਫੈਕਟ ਪੈਂਦਾ ਆ ਤੇ ਉਹ ਅਰਦਾਸ ਕਰਨੀ ਚਾਹੀਦੀ ਆਪਾਂ ਨੂੰ। ਵੱਡੀ ਵਡਿਆਈ ਬੁੱਝਾ ਐਸਾ ਭਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਉਹਦੀ ਵੱਡੀ ਵਡਿਆਈ ਇਹੀ ਹੈ ਕਿ ਉਹ ਆਪਣੇ ਆਪ ਹੈ, ਕਿਸੇ ਤੋਂ ਪੁੱਛਦਾ ਨਹੀਂ ਮੈਂ ਕਿਸੇ ਨੂੰ ਆਹ ਚੀਜ਼ ਦੇਵਾਂ ਜਾਂ ਨਾ ਦੇਵਾਂ। ਇਹਦੇ ਨਾਲ ਨਹੀਂ, ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਨਾ ਪੁੱਛ ਕੇ ਸੰਸਾਰ ਬਣਾਇਆ ਹੈ। ਜਿੱਦਾਂ ਨਾਸ਼ ਕਰਨਾ ਹੋਏਗਾ ਨਾ ਪੁੱਛ ਕੇ ਉਹਨੇ ਨਾਸ਼ ਕਰਨਾ ਕਿਸੇ ਨੂੰ, ਉਹਦੀ ਰਜ਼ਾ ਹੈ। ਆਪਣੀ ਮੌਜ ਵਿੱਚ ਉਹ ਪੈਦਾ ਕਰ ਰਿਹਾ, ਆਪਣੀ ਮੌਜ ਵਿੱਚ ਲੈ ਕਰਦਾ ਹੈ। ਨਾਨਕ ਰੁਕ ਜਾਣਾ ਇੱਥੇ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜ਼ਾਏ, ਰਜ਼ਾ ਦੇ ਵਿੱਚ। ਹਾਂਜੀ ਵਿੱਚ ਮਹਿਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹਾਂਜੀ ਵੀਰ ਜੀ ਨੇ ਬਿਲਕੁਲ ਕਰੈਕਟ ਪੜ੍ਹਿਆ ਹੈ। ਇਹ ਜਗ ਸੱਚਾ ਕੀ ਹੈ ਕੋਠੜੀ, ਸੱਚਾ ਹੈ। ਆਮ ਤੌਰ ਤੇ ਇਹਦਾ ਜਦੋਂ ਹੀ ਪਾਠ ਕੀਤਾ ਜਾਂਦਾ ਹੈ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਬੋਲਿਆ ਜਾਂਦਾ ਹੈ। ਪਰ ਇੱਥੇ ਦੁਲਾਵਾਂ ਨਾਲ, ਸੱਚਾ ਸੱਸਾ ਚੱਚੇ ਨੂੰ ਦੁਲਾਵਾਂ, ਸੱਚਾ ਹੈ। ਤੋ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਇਸੇ ਤਰ੍ਹਾਂ ਆਪਾਂ ਧਿਆਨ ਨਾਲ ਪਾਠ ਕਰਨਾ ਇਹ। ਹਾਂਜੀ ਫਿਰ ਪੜ੍ਹ ਦੋ ਪੰਕਤੀ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਕ ਨਾ ਹੁਕਮ ਸਮਾਈ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨਾ ਜਾਪਈ, ਜੇ ਕਿਸੈ ਆਣੇ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪ੍ਰਗਾਸ। ਹਾਂਜੀ ਇੱਥੇ ਹੁਣ ਤੀਸਰਾ ਸ਼ਲੋਕ ਹੈ ਇਹ ਸ਼ਲੋਕ ਹੈਗਾ ਦੂਜੇ ਪਾਤਸ਼ਾਹ ਜੀ ਦਾ, ਮਹਿਲਾ ਦੂਜਾ। ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕੋਠੜੀ ਕਹਿੰਦੇ ਆ ਘਰਾਂ ਦੇ ਵਿੱਚ ਪਹਿਲੇ ਸਮੇਂ ਜਿਹੜਾ ਛੋਟਾ ਕਮਰਾ ਹੁੰਦਾ ਸੀ, ਜਿਵੇਂ ਅੱਜ ਕੱਲ੍ਹ ਕਹਿ ਦਿਓ ਜੰਕ ਰੂਮ ਕਹਿ ਲਓ ਜਾਂ ਛੋਟਾ ਜਿਹਾ ਕੋਈ ਸਟੋਰ ਕਹਿ ਲਓ, ਉਹ 'ਚ ਕੁਝ ਚੀਜ਼ਾਂ ਰੱਖੀਆਂ ਹੁੰਦੀਆਂ ਸੀ। ਘਰ ਦਾ ਇੱਕ ਛੋਟਾ ਹਿੱਸਾ। ਮਾਲਕ ਦੇ ਲਈ ਸੰਸਾਰ ਇੱਕ ਬੜੀ ਛੋਟੀ ਜਿਹੀ ਚੀਜ਼ ਹੈ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ 'ਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਤੇ ਰਚਨਾ ਦੱਸੀ ਹੈ, ਉੱਥੇ ਗੁਰੂ ਸਾਹਿਬ ਨੇ ਲਿਖਿਆ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕੋ ਦਾਤਾ। ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਉਹਦੇ ਲਈ ਤਾਂ ਫਿਰ ਇਹ ਧਰਤੀ ਇੱਕ ਛੋਟਾ ਜਿਹਾ ਕਿਣਕਾ ਹੀ ਹੋਈ ਨਾ। ਤੋ ਗੁਰੂ ਸਾਹਿਬ ਦੀ ਇੱਕ ਬਹੁਤ ਵੱਡੀ ਦ੍ਰਿਸ਼ਟੀ ਹੈ, ਉਹਦੇ 'ਚੋਂ ਦੇਖ ਕੇ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ, ਇਹ ਸੰਸਾਰ ਉਹਦੀ ਕੋਠੜੀ ਹੈ, ਉਹ ਵਿੱਚ ਹੀ ਵਸਦਾ ਹੈ। ਇੱਕ ਨਾ ਆਪ ਸੰਗਤਾਂ ਜਿਹੜੇ ਗੁਰਮੁਖ ਪਿਆਰੇ ਧਿਆਨ ਨਾਲ ਸੁਣ ਰਹੇ ਨੇ, ਕੱਲ ਵੀ ਮੈਂ ਬੇਨਤੀ ਕੀਤੀ ਸੀ ਤੇ ਬੜਾ ਸੰਗਤ ਨੇ ਪਿਆਰ ਦਿੱਤਾ, ਸਹਿਯੋਗ ਦਿੱਤਾ ਵੀ ਆਪਾਂ ਇਹ ਲਾਹਾ ਲੈਣਾ। ਨਾਲ ਨਾਲ ਮੋਬਾਈਲਾਂ ਦੇ ਉੱਪਰ ਜਿੱਥੇ ਆਪਾਂ ਦੇਖਣਾ, ਦਰਸ਼ਨ ਕਰਨੇ ਆ, ਪਾਠ ਸਰਵਣ ਕਰਨਾ, ਉੱਥੇ ਇਹਨੂੰ ਸ਼ੇਅਰ ਵੀ ਕਰ ਦੇਣਾ। ਆਹ ਸੰਗਤਾਂ ਨੇ ਬੇਨਤੀ ਪ੍ਰਵਾਨ ਕੀਤੀ। ਇਹ ਸੇਵਾ, ਇਹ ਵੀ ਇੱਕ ਸੇਵਾ ਆਪਣੀ ਇਸ ਟਾਈਮ, ਇਹ ਵੀ ਇੱਕ ਸੇਵਾ ਹੈ ਵੀ ਆਪਾਂ ਇਹ ਗੁਰੂ ਸਾਹਿਬ ਦੇ ਬਚਨਾਂ ਨੂੰ, ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਨੂੰ ਅੱਗੇ ਸ਼ੇਅਰ ਕਰੀਏ, ਤਾਂ ਜੋ ਹੋਰਨਾਂ ਤੱਕ ਪਹੁੰਚੇ। ਜਿਹਦੇ ਕਰਮ ਜਾਗੇ ਹੋਣਗੇ ਉਹ ਦਰਸ਼ਨ ਕਰ ਲਏਗਾ, ਦੇਖ ਲਏਗਾ, ਜੁੜ ਜਾਏਗਾ। ਤੇ ਸੇਵਾ ਵੀ ਸੰਗਤ ਨੇ ਜ਼ਰੂਰ ਕਰਨੀ ਹੈ, ਬੇਨਤੀ ਹੈ ਹੱਥ ਜੋੜ ਕੇ। ਇਹਦੇ 'ਚ ਜੋ ਆਪ ਮੋਬਾਈਲ ਦੇ ਵਿੱਚ ਪਾਠ ਦੇਖੋਗੇ, ਪਾਠ ਕਰੋਗੇ ਜਾਂ ਪੋਥੀ ਤੇ ਸੈਂਚੀ ਤੇ ਪਾਠ ਦੇ ਦਰਸ਼ਨ ਕਰੋਗੇ, ਤਾਂ ਇੱਕ ਸ਼ਬਦ ਹੋਰ ਇੱਥੇ ਵੱਖਰਾ ਆ ਰਿਹਾ ਸਮਝਣ ਲਈ। ਇੱਕ ਨਾ, ਏੜੇ ਨੂੰ ਸਿਹਾਰੀ, ਕੱਕਾ, ਨੰਨੇ ਨੂੰ ਕੰਨਾ। ਨੰਨੇ ਦੇ ਪੈਰ 'ਚ ਹਲਕੀ ਜੀ ਇੱਕ ਲਕੀਰ ਬਣਾਈ ਹੋਈ ਆ, ਉਹ ਇੱਥੇ ਕਈ ਵਾਰੀ ਇਹ ਰਿਪੀਟ ਹੋਈ ਹੈ ਚੀਜ਼। ਇੱਕ ਨਾ ਦੇ ਹੇਠਾਂ ਹੀ ਇੱਕ ਨਾ। ਇੱਕ ਨਾ ਉਹ ਜਿਹੜੀ ਹਲਕੀ ਜੀ ਲਕੀਰ ਹੈ ਉਹਨੂੰ ਕਹਿੰਦੇ ਨੇ ਹਲੰਤ। ਪੰਜਾਬੀ ਦੇ ਵਿੱਚ ਅੱਧੇ ਅੱਖਰ ਦਾ ਉਚਾਰਨ ਕਈ ਥਾਵੇਂ ਹੁੰਦਾ। ਅੱਧਾ ਅੱਖਰ ਵਾਵਾ ਵੀ ਅੱਧਾ ਆਇਆ, ਯਈਆ ਵੀ ਅੱਧਾ ਲਿਖਿਆ ਹੋਇਆ ਆਇਆ। ਇਸ ਤਰ੍ਹਾਂ ਕਈ ਅੱਖਰ ਨੇ ਭੱਟਾਂ ਦੇ ਸਵਈਆਂ 'ਚ ਖਾਸ ਤੌਰ ਤੇ ਆਪਾਂ ਦਰਸ਼ਨ ਕਰਦੇ ਹਾਂ।
ਤੇ ਜਦੋਂ ਹਾਹਾ ਅੱਧਾ ਹੁੰਦਾ ਹੈ ਨਾ, ਅੱਧਾ ਹਾਹਾ, ਉਹ ਹਾਹਾ ਅੱਧਾ ਹਾਹੇ ਦੀ ਤਰ੍ਹਾਂ ਬਣਿਆ ਹੋਇਆ ਹੁੰਦਾ, ਉਹਦੀ ਸਮਝ ਆ ਜਾਂਦੀ ਹੈ। ਪਰ ਹਾਹੇ ਦੇ ਅੱਧੇ ਤੋਂ ਵੀ ਜੇ ਉਹਨੂੰ ਚੌਥੇ ਹਿੱਸੇ ਦਾ ਕਰ ਲਈਏ, ਮਤਲਬ ਅੱਧੇ ਤੋਂ ਵੀ ਤੀਜੇ ਚੌਥੇ ਹਿੱਸੇ ਦਾ ਕਰ ਲਈਏ, ਉਹਦਾ ਬਿਲਕੁਲ ਹਲਕਾ ਜਿਹਾ ਟੱਚ ਦੇਣਾ ਹੋਵੇ ਤਾਂ ਉਹਦੇ ਥਾਂ ਤੇ ਇੱਕ ਲਕੀਰ ਬਣਾ ਦਿੱਤੀ ਜਾਂਦੀ ਹੈ, ਥੋੜੀ ਜਿਹੀ ਲਕੀਰ। ਉਹ ਜਿਹੜੀ ਲਕੀਰ ਆ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹਲੰਤ। ਜੇ ਆਪਾਂ ਸਿੱਧਾ ਪੜਾਂਗੇ ਇੱਕ ਨਾ, ਇਦਾਂ ਹੋ ਜੂ। ਹੁਣ ਆਪਾਂ ਇਹਨੂੰ ਹਲਕੀ ਜਦੋਂ ਇੱਕ ਨਾ ਨਾ ਹਲਕੀ ਜੇ ਹ ਦੀ ਆਵਾਜ਼ ਲਾਸਟ ਵਿੱਚ ਆਉਂਦੀ ਹੈ, ਤੇ ਉਹ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਹੁਤ ਜਗ੍ਹਾ ਹਲੰਤ ਵਰਤੀ ਹੈ। ਜਦੋਂ ਕਿਸੇ ਵੀ ਅੱਖਰ ਏਦਾਂ ਹਲਕੀ ਜਿਹੀ ਲਕੀਰ ਹੁੰਦੀ ਹੈ, ਸਿੱਧੀ ਜਾ ਕੇ ਲਕੀਰ ਫਿਰ ਪਿੱਛੋਂ ਥੋੜੀ ਜਿਹੀ ਹੇਠਾਂ ਨੂੰ ਹੋ ਜਾਂਦੀ ਹੈ, ਉਹ ਹੈ ਹਲੰਤ। ਤੇ ਉਹਦਾ ਹਲਕਾ ਜਿਹਾ ਉਚਾਰਨ ਹ ਦੀ ਆਵਾਜ਼ ਨਾਲ ਆਏਗਾ, ਹਲਕੀ ਜਿਹੀ ਹਾ ਦੀ ਆਵਾਜ਼ ਆਏਗੀ, ਮਤਲਬ ਹਾਹੇ ਦਾ ਚੌਥਾ ਕੁ ਹਿੱਸਾ। तो ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਬਚਨ ਲਿਖ ਰਹੇ ਨੇ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਭੇ ਆਖ ਨਾ ਜਾਪੀ। ਭੇ ਸ਼ਬਦ ਹੈ, ਜਿਸ ਤਰ੍ਹਾਂ ਆਪਾਂ ਮੂਲ ਮੰਤਰ ਦੇ ਵਿੱਚੋਂ ਜਪਜੀ ਸਾਹਿਬ ਜਦੋਂ ਸ਼ੁਰੂ ਹੋ ਗਿਆ ਜਪ, ਉਦੋਂ ਅੱਗੇ ਪਹਿਲਾ ਸ਼ਲੋਕ ਜਪਜੀ ਸਾਹਿਬ ਦਾ ਆਉਂਦਾ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਸ਼ਲੋਕ ਦੇ ਵਿੱਚ ਭੀ ਸ਼ਬਦ ਆ, ਭੱਬਾ ਤੇ ਬਿਹਾਰੀ, ਬਿਹਾਰੀ ਦੀ ਆਵਾਜ਼ ਡਬਲ ਹੈ ਭੀ। ਪਰ ਇਹੀ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ। ਉੱਥੇ ਗੁਰੂ ਸਾਹਿਬ ਜੀ ਨੇ ਭੱਬੇ ਨੂੰ ਬਿਹਾਰੀ ਦੀ ਥਾਂ ਤੇ ਸਿਹਾਰੀ ਲਗਾ ਦਿੱਤੀ, 17ਵੀਂ ਅਸ਼ਟਪਦੀ ਦੇ ਨਾਲ ਸਿਹਾਰੀ ਲਗਾ ਦਿੱਤੀ। ਜਦੋਂ ਸਿਹਾਰੀ ਲਗਾਈ, ਅਰਥ ਤੇ ਉਹੀ ਰਹੇ, ਪਰ ਉਹਦੇ 'ਚ ਉਚਾਰਨ 'ਚ ਥੋੜਾ ਜਿਹਾ ਫਿਰ ਫਰਕ ਪੈ ਗਿਆ। ਭੀ ਇਹ 'ਚ ਡਬਲ ਮਾਤਰਾ ਲੱਗਦੀ ਆ, ਜਦੋਂ ਸਿਹਾਰੀ ਲਗਾਤੀ ਭੱਬੇ ਨੂੰ ਸਿਹਾਰੀ, ਉਹ ਬਣ ਗਈ ਭੇ। ਉੱਥੇ ਉਚਾਰਨ ਹੋਏਗਾ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਭੱਬੇ ਨੂੰ ਜਿਵੇਂ ਲਾਂ ਲੱਗੀ ਹੋਈ ਹੁੰਦੀ ਆ, ਲਗਭਗ ਏਦਾਂ ਉਚਾਰਨ ਹੋਏਗਾ। ਤੋ ਇੱਥੇ ਵੀ ਗੁਰੂ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਨੇ ਸ਼ਲੋਕ ਦੇ ਵਿੱਚ ਜੋ ਭੇ ਸ਼ਬਦ ਵਰਤਿਆ, ਭੱਬੇ ਨੂੰ ਸਿਹਾਰੀ ਅਤੇ ਜਿਵੇਂ ਭੱਬੇ ਨੂੰ ਇੱਕ ਲਾਂ ਲੱਗੀ ਹੋਈ ਹੋਵੇ, ਇਸ ਤਰ੍ਹਾਂ ਉਚਾਰਨ ਹੋਵੇਗਾ। ਆਪ ਜੀ ਨੇ ਬਚਨ ਕੀਤਾ, ਇਹ ਭੇ ਆਖ ਨਾ ਜਾਪਈ, ਜੇ ਕਿਸਾ ਆਣੇ ਰਾਸ, ਨਾਨਕ ਗੁਰਮੁਖ ਜਾਣੀਐ, ਜਾ ਕਹੋ ਆਪ ਕਰੇ ਪ੍ਰਗਾਸ। ਇੱਥੇ ਵੀ ਜਾ, ਜਿਸ ਨੂੰ ਜਾਣੀਐ, ਇੱਥੇ ਕੋਈ ਆਪਸ਼ਨਲ ਗੱਲ ਤਾਂ ਹੈ ਨਹੀਂ, ਕੋਈ ਕੰਡੀਸ਼ਨ ਨਹੀਂ ਲੱਗੀ ਹੋਈ। ਇੱਥੇ ਜਾ ਕਹੋ, ਕਿਸੇ ਵੱਲ ਇਸ਼ਾਰਾ ਕੀਤਾ ਜਾ ਰਿਹਾ, ਜਿਹਨੂੰ ਆਪ ਕਰੇ ਪ੍ਰਗਾਸ, ਵਾਹਿਗੁਰੂ ਆਪ ਚਾਨਣ ਦੇ ਦੇਵੇ, ਉਹ ਗੁਰਮੁਖ ਇਹ ਸਾਰੀ ਗੱਲ ਨੂੰ ਸਮਝ ਲੈਂਦੇ ਹਨ ਕਿ ਜਗਤ ਉਹਦੀ ਕੋਠੜੀ ਆ, ਉਹਦਾ ਵਿੱਚੇ ਵਾਸਾ ਹੈ। ਨਾਨਕ ਗੁਰਮੁਖ ਜਾਣੀਐ, ਜਾ ਕਹੋ ਆਪ ਕਰੇ ਪ੍ਰਗਾਸ। ਹਾਂਜੀ। ਪੌੜੀ ਨਾਨਕ ਜੀ ਉਪਾਇ ਕੈ, ਲਿਖਣਾ ਮੈਂ ਧਰਮ ਬਹਾਲਿਆ, ਉਥੈ ਸੱਚੇ ਹੀ ਸਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮੈ ਧਰਮ ਬਹਾਲਿਆ। ਇਹ ਪੌੜੀ ਹੈ ਦੂਸਰੀ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ, ਨਾਨਕ, ਇੱਥੇ ਆਪਾਂ ਰੁਕ ਜਾਂਦੇ ਹਾਂ, ਹਲਕਾ ਜਿਹਾ ਵਿਸ਼ਰਾਮ ਦਿੰਦੇ ਹਾਂ, ਅਰਧ ਵਿਸ਼ਰਾਮ ਹੋ ਜਾਂਦਾ। ਨਾਨਕ ਜੇ ਉਪਾਇ ਕਹਿ, ਲਿਖ ਨਾਮੈ ਧਰਮ ਬਹਾਲਿਆ। ਹੈ ਨਾਨਕ, ਜੀਵਾਂ ਨੂੰ ਪੈਦਾ ਕਰਕੇ, ਉਪਾਇ ਕੇ ਪੈਦਾ ਕਰਕੇ, ਧਰਮ ਨਿਯਮ ਵਾਹਿਗੁਰੂ ਜੀ ਨੇ ਇੱਕ ਐਸਾ ਬਣਾ ਦਿੱਤਾ ਹੈ, ਜਿਹਦੇ ਮੁਤਾਬਕ ਜੀਵਾਂ ਦੇ ਕਰਮਾਂ ਦਾ ਨਿਬੇੜਾ ਹੁੰਦਾ ਹੈ, ਜਿਹਦੇ ਮੁਤਾਬਕ ਕਰਮਾਂ ਦਾ ਨਿਬੇੜਾ ਹੁੰਦਾ ਹੈ। ਇੱਦਾਂ ਨਹੀਂ ਹੈ ਕਿ ਇੱਥੇ ਕੋਈ ਕਰਮਾਂ ਦਾ ਨਿਬੇੜਾ ਨਹੀਂ ਹੁੰਦਾ, ਇਹ ਸਾਰਾ ਕੁਝ ਉਹਦੇ ਨਿਬੇੜੇ 'ਚ ਆ। ਪਰ ਅਸੀਂ ਸੰਸਾਰ ਦੇ ਲੋਕ, ਸਾਡੇ ਕੋਲੋਂ ਦ੍ਰਿਸ਼ਟੀ ਨਹੀਂ ਹੈ ਜਿਸ ਦੇ ਨਾਲ ਅਸੀਂ ਦੇਖ ਸਕਦੇ ਹੋਈਏ। ਬਹੁਤ ਵਾਰੀ ਸਾਡੇ ਸਵਾਲ ਹੁੰਦੇ ਨੇ ਵੀ ਜੇ ਕਰਮਾਂ ਦਾ ਨਿਬੇੜਾ ਹੈ ਜਾਂ ਇੱਦਾਂ ਹੁੰਦਾ ਹੈ, ਫਲਾਣੇ ਨੇ ਇੱਦਾਂ ਜ਼ੁਲਮ ਕੀਤਾ ਸੀ, ਉਹਦੇ ਨਾਲ ਇੱਦਾਂ ਤਾਂ ਕੁਝ ਹੋਇਆ ਨਹੀਂ, ਜਾਂ ਉਹ ਇੰਨਾ ਚੰਗਾ ਬੰਦਾ ਸੀ, ਉਹਦੇ ਨਾਲ ਆ ਮਾੜਾ ਕਿਉਂ ਹੋ ਗਿਆ। ਮਤਲਬ ਅਸੀਂ ਇੱਕ ਆਪਣੀ ਸਮਝ ਦੇ ਤਲ ਤੇ ਗੱਲ ਕਰਦੇ ਹਾਂ। ਸਾਡੀ ਸਮਝ ਕਿੱਥੇ ਖੜੀ ਹੈ? ਸਾਡੀ ਹਉਮੈ ਤੇ। ਸਾਡੀ ਹਉਮੈ ਨੇ ਕੀ ਕੀਤਾ ਹੋਇਆ? ਇੱਕ ਇਮੈਜਨਰੀ ਸੰਸਾਰ ਸਾਡੇ ਅੱਗੇ ਬਣਾਇਆ ਹੋਇਆ, ਜੋ ਆਪਾਂ ਪਹਿਲਾਂ ਵਿਚਾਰਿਆ। ਤੇ ਜਿਹੜਾ ਸਾਡੀ ਇਮੈਜਨਰੀ
ਰਚਨਾ ਹੈ, ਕ੍ਰੀਏਸ਼ਨ ਹੈ, ਉਹ ਝੂਠ ਹੈ। ਰੱਬ ਦੀ ਬਣਾਈ ਹੋਈ ਰਚਨਾ ਸੱਚ ਹੈ। ਤੋ ਜੋ ਨਵੇੜਾ ਹੁੰਦਾ ਉਹਦੀ ਰਚਨਾ ਤੇ ਉਹਦੇ ਕਾਨੂੰਨ ਮੁਤਾਬਕ ਹੁੰਦਾ। ਇਹਨੂੰ ਦੇਖਣ ਵਾਲੀ ਕੋਈ ਵਿਰਲੀ ਵਿਰਲੀ ਅੱਖ ਹੈ। ਇਹਨੂੰ ਦੇਖਣ ਵਾਲੀਆਂ ਅੱਖਾਂ ਗੁਰੂ ਸਾਹਿਬਾਨ ਜੀ ਦੀਆਂ ਨੇ ਤੇ ਗੁਰਬਾਣੀ ਮੁਤਾਬਕ ਜੀਵਨ ਬਤੀਤ ਕਰਨ ਵਾਲੇ ਦੀਆਂ ਨੇ। ਮੈਂ ਇੱਕ ਵਚਨ ਪੜ੍ਹ ਰਿਹਾ ਸੀ, ਭਾਈ ਸੱਤਾ ਜੀ ਤੇ ਬਲਵੰਡ ਜੀ ਜੋ ਗੁਰੂ ਘਰ ਦੇ ਰਬਾਬੀ ਕੀਰਤਨੀਏ ਹੋਏ ਤੇ ਗੁਰੂ ਸਾਹਿਬ ਤੋਂ ਕਿਸੇ ਕਾਰਨ ਥੋੜਾ ਸਮਾਂ ਬੇਮੁਖ ਵੀ ਹੋ ਗਏ ਸੀ, ਪਰ ਗਲਤੀ ਦਾ ਅਹਿਸਾਸ ਹੋਇਆ, ਗੁਰੂ ਘਰ ਨਾਲ ਫਿਰ ਜੁੜੇ। ਫਿਰ ਉਹਨਾਂ ਨੇ ਗੁਰੂ ਦੀ ਸਿਫਤ ਕੀਤੀ। ਰਾਮਕਲੀ ਰਾਗ ਦੇ ਵਿੱਚ ਇੱਕ ਵਾਰ ਲਿਖੀ ਹੈ, ਪੰਜੇ ਪਾਤਸ਼ਾਹੀਆਂ ਦੀ ਵਡਿਆਈ ਕੀਤੀ ਉਹਦੇ 'ਚ, ਤੇ ਕੁਝ ਇੱਕ ਗੁਰਮਤ ਦੇ ਸਿਧਾਂਤ ਦ੍ਰਿੜ ਕਰਵਾਏ ਨੇ। ਤੇ ਉਸ ਵਾਰ ਦੇ ਵਿੱਚ ਇੱਕ ਬਚਨ ਗੁਰੂ ਅੰਗਦ ਸਾਹਿਬ ਪ੍ਰਥਾਏ ਲਿਖਿਆ। ਪਹਿਲਾਂ ਜਦੋਂ ਮੈਂ ਕਈ ਸਾਲ ਪਹਿਲਾਂ ਜਦੋਂ ਪਾਠ ਕਰਨਾ ਵਿਚਾਰਨਾ ਤੇ ਮਨ 'ਚ ਆਉਣਾ ਵੀ ਬਚਨ ਤਾਂ ਪੁੱਠੇ ਪਾਸੇ ਨੂੰ ਲੱਗਦਾ, ਪਰ ਬਚਨ ਸਹੀ ਲਿਖਿਆ। ਸਾਡੀ ਮੱਤ ਪੁੱਠੀ ਹੋਣ ਕਰਕੇ ਸਾਨੂੰ ਸਮਝ ਨਹੀਂ ਸੀ ਆ ਰਿਹਾ। ਗੁਰੂ ਅੰਗਦ ਸਾਹਿਬ ਬਾਰੇ ਉੱਥੇ ਲਿਖਿਆ ਹੋਇਆ ਬਚਨ ਹੈ, ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ, ਜਿਤ ਸੋ ਹੱਥ ਨਾ ਪੁੱਜੇ ਤੂੰ ਉਹ ਠਰੂਰ। ਕਾਫੀ ਵਡਿਆਈ ਕੀਤੀ ਗੁਰੂ ਸਾਹਿਬ ਦੀ। ਇੱਕ ਇਹ ਗੱਲ ਦੱਸੀ, ਕਹਿੰਦੇ ਗੁਰੂ ਅੰਗਦ ਸਾਹਿਬ ਜੀ ਤੁਹਾਡੇ 'ਚ ਇਹ ਗੁਣ ਹੈ, ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਮੈਂ ਇੱਥੇ ਅਰਥ ਸਮਝ ਗਿਆ ਵੀ ਰੱਬ ਦੇ ਬਾਰੇ ਕਹਿ ਰਹੇ ਨੇ, ਵੀ ਰੱਬ ਲੋਕਾਂ ਨੂੰ ਨੇੜੇ ਦਿਸ ਰਿਹਾ, ਤੁਹਾਨੂੰ ਦੂਰ ਲੱਗ ਰਿਹਾ। ਮੈਂ ਕਿਹਾ ਵੀ ਇਦਾਂ ਕਿੱਦਾਂ ਹੋ ਸਕਦਾ, ਮੇਰੇ ਆਪਣੇ ਦਿਮਾਗ 'ਚ ਇਹ ਗੱਲ ਘੁੰਮੀ ਵੀ ਇਦਾਂ ਕਿੱਦਾਂ ਹੋ ਸਕਦਾ। ਜਦੋਂ ਫਿਰ ਅਰਥ ਪੜ੍ਹੇ ਚੰਗੀ ਤਰ੍ਹਾਂ ਨਾਲ, ਉਹਨੂੰ ਸਮਝਿਆ, ਸ਼ਾਂਤ ਮਨ ਦੇ ਨਾਲ ਵਿਚਾਰਿਆ, ਫਿਰ ਪਤਾ ਲੱਗਿਆ ਵੀ ਅਸਲ ਗੱਲ ਕੀ ਹੈ। ਭੱਟ ਜੀ ਕਹਿੰਦੇ ਨੇੜੇ ਦਿਸੈ ਮਾਤ ਲੋਕ, ਮਾਤ ਲੋਕ ਦੇ ਦੁਨੀਆ ਦੇ ਲੋਕਾਂ ਨੂੰ ਨੇੜੇ ਦਿਸੈ, ਵੀ ਨੇੜੇ ਤੱਕ ਦੇਖਣ ਦੀ ਉਹ ਸੋਝੀ ਹੈ। ਨੇੜੇ ਦਿਸੈ ਮਾਤ ਲੋਕ, ਦੁਨੀਆ ਦੀ ਦੇਖਣ ਦੀ ਰੇਂਜ ਨੇੜੇ ਤੱਕ ਦੀ ਹੈ, ਵਿਜ਼ੀਬਿਲਿਟੀ ਥੋੜੀ ਹੈ। ਜਿਸ ਤਰ੍ਹਾਂ ਹੁੰਦਾ ਨਾ ਕਈ ਵਾਰੀ ਸਮੌਗ ਹੋਵੇ, ਧੂਆਂ ਹੋਵੇ, ਧੁੰਦ ਹੋਵੇ, ਤਾਂ ਉਹਦੇ 'ਚ ਕਹਿੰਦੇ ਵਿਜ਼ੀਬਿਲਿਟੀ ਘਟ ਗਈ, ਤਾਂ ਦੂਰ ਤੱਕ ਦੇਖਣ ਦੀ ਰੇਂਜ ਘਟ ਗਈ, ਦੂਰ ਤੱਕ ਨਹੀਂ ਦੇਖਿਆ ਜਾ ਸਕਦਾ। ਮਨੁੱਖ ਨੇੜੇ ਤੱਕ ਦੇਖ ਸਕਦਾ। ਦੇਖਣ ਦੀ ਆਪਣੀ ਇਹਨੇ ਟੈਲੀਸਕੋਪ ਦੇ ਜ਼ਰੀਏ ਜਾਂ ਹੋਰ ਕੋਈ ਸਾਧਨਾਂ ਦੇ ਜ਼ਰੀਏ ਮਨੁੱਖ ਨੇ ਆਪਣੀ ਕਾਫੀ ਹੱਦ ਤੱਕ ਰੇਂਜ ਵਧਾਈ ਹੈ, ਜਿਹਦੇ ਵਿੱਚ ਪਿਛਲੇ ਦਿਨੀ ਅਸੀਂ ਦੇਖਿਆ ਸੀ ਬਲੈਕ ਹੋਲ ਨੂੰ ਦੇਖਿਆ ਵੀ ਗਿਆ, ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਟੈਲੀਸਕੋਪ ਲੱਗੇ ਹੋਏ ਸੀ। ਤੇ ਉਹਨਾਂ ਜਿਹੜੀ ਇੱਕ ਜੁਆਇੰਟ ਪਿਕਚਰ ਬਣਾਈ ਗਈ, ਜਿਸ ਦੇ ਜ਼ਰੀਏ ਬਲੈਕ ਹੋਲ ਦਾ ਜਿਹੜਾ ਕਨਸੈਪਟ ਸੀ ਉਹਦੇ ਬਾਰੇ ਕਿਹਾ ਗਿਆ ਵੀ ਹਾਂ ਇਹ ਹੁੰਦਾ। ਤਾਂ ਚਲੋ ਸਾਇੰਸ ਦੀਆਂ ਖੋਜਾਂ ਨੇ ਵੀ ਕਾਫੀ ਦੂਰ ਤੱਕ ਦੇਖਿਆ ਗਿਆ ਬਹੁਤ ਚੀਜ਼ਾਂ, ਪਰ ਫਿਰ ਵੀ ਗੁਰਬਾਣੀ ਇਹ ਗੱਲ ਕਹਿੰਦੀ ਹੈ ਨੇੜੇ ਦਿਸੈ ਮਾਤ ਲੋਕ। ਜਿੰਨਾ ਵੀ ਦੂਰ ਤੱਕ ਫਿਜ਼ੀਕਲੀ ਵਰਲਡ ਨੂੰ ਦੁਨੀਆ ਦੇਖ ਲੈ, ਫਿਰ ਵੀ ਉਹ ਨੇੜੇ ਹੀ ਹੈ। ਤੁਧ ਸੁਝੈ ਦੂਰ, ਉਦੋਂ ਦੂਰ ਦਾ ਵੀ ਅਗਾਂਹ ਦਾ ਵੀ ਕੀ ਕੁਝ ਵਰਤ ਰਿਹਾ, ਤੁਧ ਸੁਝੈ, ਤੈਨੂੰ ਸੋਝੀ ਹੈ ਸੱਚੇ ਪਾਤਸ਼ਾਹ। ਉਹ ਗੱਲਾਂ ਦਾ ਤੈਨੂੰ ਪਤਾ ਹੈ, ਤੈਨੂੰ ਉਹ ਚੀਜ਼ ਦਾ ਗਿਆਨ ਹੈ, ਆਪ ਜੀ ਨੂੰ ਇਹ ਚੀਜ਼ ਦੀ ਸੋਝੀ ਹੈ ਸੱਚੇ ਪਾਤਸ਼ਾਹ। ਸਾਨੂੰ ਜੀਵਾਂ ਨੂੰ ਤਾਂ ਨੇੜੇ ਹੀ ਦਿਸ ਰਿਹਾ। ਨੇੜੇ ਦਿਸੈ ਮਾਤ ਲੋਕ, ਮਾਤ ਲੋਕ ਦੇ ਜੀਵਾਂ ਨੂੰ ਨੇੜੇ ਹੀ ਦਿਸਦਾ। ਤੁਧ ਸੁਝੈ ਦੂਰ, ਤੈਨੂੰ ਤਾਂ ਬੜੀ ਦੂਰ ਦੀ ਸੋਝੀ ਹੈ ਸੱਚੇ ਪਾਤਸ਼ਾਹ ਜੀਓ। ਜਿੱਥੋਂ ਤੱਕ ਸਾਡੀ ਮੱਤ, ਸਾਡੀ ਬੁੱਧ, ਸਾਡੀ ਸੁਰਤ ਨਹੀਂ ਵੀ ਜਾ ਸਕਦੀ, ਤੈਨੂੰ ਉੱਥੇ ਤੱਕ ਦੀ ਸੋਝੀ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ, ਜਿੱਥੇ ਕੋਈ ਨਹੀਂ ਵੀ ਪੁੱਜਦਾ ਉੱਥੇ ਤੱਕ ਵੀ ਤੂੰ ਸਮਰੱਥ ਹੈ। ਤਾਂ ਗੁਰੂ ਦੀ ਦੇਖਣ ਦੀ ਦ੍ਰਿਸ਼ਟੀ ਬੜੀ ਦੂਰ ਦੀ ਹੈ। ਤਾਂ ਉੱਥੋਂ ਤੱਕ ਦੇਖ ਕੇ ਫਿਰ ਉਹ ਸਾਰੀ ਗੱਲ ਨੂੰ ਬਿਆਨ ਕਰਦੇ ਨੇ, ਦੱਸਦੇ ਨੇ। ਅਸੀਂ ਕੀ ਕਰਦੇ ਹਾਂ, ਸਾਨੂੰ ਤਾਂ ਨੇੜੇ ਦਾ ਕਈ ਵਾਰੀ ਤਾਂ ਆਪਣੇ ਸਰੀਰ ਦੇ ਨਹੀਂ ਪਤਾ ਹੁੰਦਾ। ਬੰਦਾ ਕਹਿੰਦਾ ਮੈਨੂੰ ਬਹੁਤ ਸਾਲਾਂ ਬਾਅਦ ਹੁਣ ਪਤਾ ਲੱਗਿਆ ਮੈਂ ਬਿਮਾਰ ਕਿਉਂ ਰਹਿੰਦਾ ਸੀ, ਆਹ ਚੀਜ਼ ਤੋਂ ਐਲਰਜੀ ਸੀ। ਕਿੰਨੇ ਸਾਲ ਆਪਣੇ ਸਰੀਰ ਦੇ ਹੀ ਭੇਤ ਨਹੀਂ ਆਉਂਦਾ ਹੈ, ਹੋਰ ਆਪਾਂ ਕਿੱਥੋਂ ਤੱਕ ਗੱਲ ਕਰ ਸਕਦੇ ਹਾਂ। ਤਾਂ ਸਾਡੀ ਰੇਂਜ, ਸਾਡੀ ਸੋਚ ਦਾ ਦਾਇਰਾ ਬਹੁਤ ਛੋਟਾ ਹੈ। ਕਿਵੇਂ ਇਨਸਾਫ ਹੋ ਰਿਹਾ, ਕਿਵੇਂ ਵਾਹਿਗੁਰੂ ਜੀ ਇਨਸਾਫ ਕਰਦਾ ਹੈ, ਇਹ ਉਹਦੇ ਬਣਾਏ ਹੋਏ ਨਿਯਮਾਂ ਵਿੱਚ ਰੱਤੀ ਭਰ ਵੀ ਫਰਕ ਨਹੀਂ ਹੈ। ਉਹ ਸਾਰਾ ਕੁਝ ਐਨ ਸਹੀ ਹੋ ਰਿਹਾ ਤੇ ਹੋਵੇਗਾ ਤਾਂ ਹੀ ਸੰਸਾਰ ਚੱਲ ਰਿਹਾ, ਅਦਰਵਾਈਜ਼ ਦੁਨੀਆ ਨਹੀਂ ਸੀ ਚੱਲ ਸਕਦੀ। ਤਾਂ ਮਹਾਰਾਜ ਜੀ ਨੇ ਸਾਨੂੰ ਇਹ ਦ੍ਰਿੜ ਕਰਵਾਇਆ, ਧਰਮ ਦਾ ਨਿਯਮ ਹੈ ਜਿਹਦੇ ਜ਼ਰੀਏ ਸਾਰਾ ਕੁਝ ਬਣ ਰਿਹਾ। ਉਹਨੂੰ ਕੋਈ ਧਰਮਰਾਜ ਕਹਿ ਲਓ, ਉਹਨੂੰ ਕੋਈ ਚਿੱਤਰਗੁਪਤ ਕਹਿ ਲਓ, ਉਹਨੂੰ ਕੁਝ ਮਰਜ਼ੀ ਕਹਿ ਲਓ। ਆਪਣੇ ਵੱਖਰੇ ਵੱਖਰੇ ਨਾਂ ਨੇ, ਜਿਵੇਂ ਰੱਬ ਦੇ ਵੱਖੋ ਵੱਖਰੇ ਨਾਂ ਰੱਖੇ ਆ, ਇਹ ਨਿਯਮ ਦੇ ਹੀ ਵੱਖਰੇ ਵੱਖਰੇ ਨਾਂ ਹੋ ਸਕਦੇ ਆ।
ਤੋ ਕੁਝ ਵੀ ਅਸੀਂ ਕਹਿ ਸਕਦੇ ਆ ਪਰ ਉਹਦੇ ਮੁਤਾਬਕ ਹੁੰਦਾ। ਜਪਜੀ ਸਾਹਿਬ 'ਚ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਆ, ਪੁੰਨੀ ਪਾਪੀ ਆਖਣ ਨਾਹੇ। ਇਹ ਕੇਵਲ ਆਖਣ ਦੀਆਂ ਗੱਲਾਂ ਨਹੀਂ ਹਨ, ਕਰ ਕਰ ਕਰਨਾ ਲਿਖ ਲੈ ਜਾ। ਜੋ ਕੁਝ ਤੁਸੀਂ ਕਰੋਗੇ ਉਹ ਕਰਮਾਂ ਦੇ ਸੰਸਕਾਰ ਨੂੰ ਆਪਣੇ ਫਿਊਚਰ ਦੇ ਲਈ ਲਿਖ ਕੇ ਅੱਗੇ ਲੈ ਜਾਓਗੇ, ਤੁਹਾਡੇ ਜੀਵਨ 'ਚ ਉਹ ਚੀਜ਼ ਨਾਲ ਚੱਲ ਪਏਗੀ। ਤੋ ਮੇਰੇ ਪਾਤਸ਼ਾਹ ਜੀ ਨੇ ਇਸ ਪੌੜੀ 'ਚ ਇਹੀ ਗੱਲ ਦੱਸੀ ਹੈ। ਉਹਦਾ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਨਿਯਮ ਪੱਕਾ ਹੈ, ਜਿਹਦੇ ਮੁਤਾਬਕ ਜੀਵਾਂ ਦੇ ਕਰਮਾਂ ਦੀ ਪਹਿਚਾਣ ਹੁੰਦੀ ਹੈ। ਕੂੜਿਆਰ ਨੂੰ ਉਹਦੇ ਮੁਤਾਬਕ ਸਜ਼ਾ ਮਿਲ ਜਾਂਦੀ ਹੈ। ਜਿਹਨੇ ਕੰਡੇ ਨੂੰ ਹੱਥ ਲਾਇਆ ਉਹ ਕੰਡਾ ਹੀ ਖੁੱਬਣਾ, ਖੂਨ ਨਿਕਲਣਾ, ਦੁੱਖ ਹੋਣਾ। ਜਿਹਨੇ ਫੁੱਲ ਨੂੰ ਹੱਥ ਲਾਇਆ ਉਹਦੇ ਹੱਥ ਦੇ ਵਿੱਚੋਂ ਫੁੱਲ ਦੀ ਸੁਗੰਧੀ ਹੀ ਆਵੇਗੀ। ਜਿਹਨੇ ਉਹ ਕਰਮ ਕੀਤੇ ਆ, ਫੁੱਲ ਤੇ ਕੰਡਾ ਹੈ ਇੱਕੋ ਥਾਵੇਂ ਨੇ, ਬਸ ਕਿਸੇ ਨੇ ਉਹ ਕਰਮ ਕੀਤੇ ਉਹਨੂੰ ਉਹਦੇ ਮੁਤਾਬਕ ਫਲ ਮਿਲ ਜਾਣਾ, ਦੂਜੇ ਨੂੰ ਦੂਜੇ ਮੁਤਾਬਕ। ਥਾਉ ਨ ਪਾਇਣ ਕੂੜਿਆਰ ਮੂੰਹ ਕਾਲਾ। ਇੱਥੇ ਵੀ ਹਲੰਤ ਲੱਗੀ ਹੋਈ ਆ, ਕਾਲਾ, ਹਲਕੀ ਜਿਹੀ ਹ ਦੀ ਆਵਾਜ਼ ਆ ਰਹੀ ਆ। ਦੋਜ਼ਖ ਚਾਲਿਆ ਤੇਰਾ ਨਾਏ ਰੱਤੇ ਸੇ ਜਿਣ ਗਏ। ਤੇਰੇ ਨਾਮ ਵਿੱਚ ਰੰਗੇ ਹੋਏ ਜਿੱਤ ਗਏ, ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਠੱਗਣ ਵਾਲੇ ਸੀ, ਲੋਕਾਂ ਨੂੰ ਬੇਵਕੂਫ ਬਣਾ ਕੇ ਕਹਿੰਦੇ ਸੀ ਅਸੀਂ ਪਤਾ ਨਹੀਂ ਕੀ ਕਿੰਨੇ ਕੁ ਸਮਾਰਟ ਹਾਂ, ਤੇ ਉਹ ਹਾਰ ਗਏ ਜ਼ਿੰਦਗੀ ਦੀ ਬਾਜੀ ਨੂੰ। ਲਿਖ ਨਾਵੈ ਧਰਮ ਬਹਾਲਿਆ। ਇੱਥੇ ਆ ਕੇ ਦੂਜੀ ਪੌੜੀ ਸੰਪੂਰਨ ਹੋ ਰਹੀ ਹੈ। ਅੱਗੇ ਤੀਸਰੀ ਪੌੜੀ ਦੇ ਸ਼ਲੋਕ ਦਾ ਪਾਠ ਸਰਵਣ ਕਰੋ ਜੀ। ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ। ਹਾਂਜੀ, ਇੱਥੋਂ ਹੁਣ ਆਪਾਂ ਤੀਸਰੀ ਪੌੜੀ ਦਾ ਪਹਿਲਾ ਸ਼ਲੋਕ ਹੈ। ਵਿਸਮਾਦ ਸ਼ਬਦ ਇਹਦੇ 'ਚ ਰਿਪੀਟ ਹੋਏਗਾ। ਆਸਾ ਕੀ ਵਾਰ ਦੇ ਪਹਿਲੇ ਸ਼ਲੋਕਾਂ ਦੇ ਵਿੱਚ ਖਾਸ ਤੌਰ ਤੇ ਇੱਦਾਂ ਇੱਕ ਸ਼ਬਦ ਦੀ ਰੈਪੀਟੇਸ਼ਨ ਹੈ। ਉਹ ਗੱਲ ਨੂੰ ਗੁਰੂ ਸਾਹਿਬ ਕਈ ਨਜ਼ਰੀਆਂ ਤੋਂ ਦ੍ਰਿੜ ਕਰਵਾਉਂਦੇ ਨੇ। ਵਿਸਮਾਦ, ਵਿਸਮਾਦ ਕਿਹਨੂੰ ਕਹਿੰਦੇ ਨੇ? ਵਿਸਮਾਦ ਕਹਿੰਦੇ ਨੇ ਹੈਰਾਨੀ ਨੂੰ। ਹੈਰਾਨੀ ਦੇ ਨਾਲ ਕੋਈ ਚੀਜ਼ ਹੋਵੇ, ਹੈਰਾਨੀ ਦੇ ਵਿੱਚ ਇੱਕ ਖੁਸ਼ੀ ਵੀ ਭਰੀ ਹੋਈ ਹੋਵੇ ਹਲਕੀ ਜੀ, ਤੋ ਹੈਰਾਨੀ ਹੋ ਗਈ, ਖੁਸ਼ੀ ਹੋ ਗਈ ਤੇ ਅਚਰਜਤਾ ਹੋ ਗਈ। ਜਿਹਨੂੰ ਕੋਈ ਕਹਿੰਦਾ ਬਹੁਤ ਜ਼ਿਆਦਾ ਵੰਡਰਫੁਲ ਕਹਿੰਦੇ ਆ, ਬਹੁਤ ਵਧੀਆ, ਬਹੁਤ ਵਧੀਆ। ਤੋ ਇਹਦੇ 'ਚ ਵਿਸਮਾਦ, ਜਦੋਂ ਕਿਸੇ ਨੂੰ ਗੁਰੂ ਦੀ ਦਿੱਤੀ ਮੱਤ ਦੇ ਜ਼ਰੀਏ ਸੋਝੀ ਹੁੰਦੀ ਹੈ ਤੇ ਉਹ ਦੇਖਣ ਯੋਗ ਹੋ ਜਾਂਦਾ ਹੈ। ਉਹ ਅੱਖਾਂ ਨਾਲ ਜਿਹੜੀਆਂ ਅੱਖਾਂ ਗੁਰੂ ਬਖਸ਼ਦਾ, ਦੁਨੀਆ ਦੀਆਂ ਅੱਖਾਂ ਨਹੀਂ ਜਿਹੜੀਆਂ ਉਹਨੇ ਬਖਸ਼ੀਆਂ, ਸੁਰਤ ਦੇ ਜ਼ਰੀਏ ਜਦੋਂ ਦੇਖਣ ਦੀ ਸੋਝੀ ਹੋ ਗਈ ਤਾਂ ਫਿਰ ਉਹ ਦੇਖਦਾ ਵੀ ਉਹਦੀ ਰਚਨਾ ਵਿੱਚ ਪੈਦਾ ਹੋਈ ਹਰ ਇੱਕ ਚੀਜ਼ ਦੇ ਵਿੱਚ ਹੈਰਾਨੀ ਹੀ ਹੈਰਾਨੀ ਹੈ, ਕਮਾਲ ਹੀ ਕਮਾਲ ਹੈ। ਹਰ ਇੱਕ ਚੀਜ਼ ਪਰਫੈਕਟ, ਐਕਸੀਲੈਂਟ। ਤੇ ਉਹ ਦੇਖ ਕੇ ਉਹਦੇ ਅੰਦਰ ਇੱਕ ਅਚਰਜ ਤੇ ਖੁਸ਼ੀ ਪੈਦਾ ਹੁੰਦੀ ਹੈ ਜੀਵ ਦੇ ਅੰਦਰ। ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਉਹਦਾ ਇੱਕ ਬੜੀ ਵੱਡੀ ਲਿਸਟ ਗੁਰੂ ਸਾਹਿਬ ਬਣਾ ਰਹੇ ਨੇ। ਹੈ ਆਪਣੇ ਆਲੇ ਦੁਆਲੇ ਵਰਤਣ ਵਾਲੀਆਂ ਚੀਜ਼ਾਂ, ਜਦੋਂ ਉਹਨਾਂ ਬਾਰੇ ਦੇਖਾਂਗੇ, ਵਿਚਾਰਾਂਗੇ ਤਾਂ ਹੈਰਾਨੀ ਪੈਦਾ ਹੋਏਗੀ। ਉਹ ਸਾਰੀ ਲਿਸਟ ਗੁਰੂ ਸਾਹਿਬ ਬਣਾ ਰਹੇ ਨੇ। ਆਓ ਨਾਲੇ ਪਿਆਰ ਨਾਲ ਸਰਵਣ ਕਰਦੇ ਹਾਂ, ਨਾਲ ਸ਼ੁੱਧ ਉਚਾਰਨ ਦਾ ਆਪਾਂ ਵਿੱਚ ਦੀ ਵਿਚਾਰ ਕਰਦੇ ਜਾਵਾਂਗੇ। ਹਾਂਜੀ। ਵਿਸਮਾਦ ਨਾਦ ਵਿਸਮਾਦ ਵੇਦ। ਵਿਸਮਾਦ ਜੀ ਵਿਸਮਾਦ ਭੇਦ। ਵਿਸਮਾਦ ਰੂਪ ਵਿਸਮਾਦ ਰੰਗ। ਵਿਸਮਾਦ ਨਾਗੇ ਫਿਰੈ ਜੰਤ। ਫਿਰ ਹੈ ਕਹਿ ਲਈਏ ਇਹਨੂੰ, ਬਹੁਵਚਨ ਆ ਜਾਏਗਾ, ਫਿਰ ਹੈ ਜੰਤ। ਹਾਂਜੀ। ਵਿਸਮਾਦ ਪਾਉਣ ਵਿਸਮਾਦ ਪਾਣੀ। ਵਿਸਮਾਦ ਅਗਨੀ ਖੇਡੈ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ। ਵਿਸਮਾਦ ਸਾਧ ਲਗਹਿ ਪ੍ਰਾਣੀ। ਵਿਸਮਾਦ ਸੰਜੋਗ ਵਿਸਮਾਦ ਵਿਜੋਗ। ਵਿਸਮਾਦ ਭੁਖ ਵਿਸਮਾਦ ਭੋਗ। ਵਿਸਮਾਦ ਸਿਫਤ ਵਿਸਮਾਦ ਸਾਲਾਹਾ। ਵਿਸਮਾਦ ਉਜੜ ਵਿਸਮਾਦ ਰਾਹ। ਵਿਸਮਾਦ ਨੇੜੇ ਵਿਸਮਾਦ ਦੂਰ। ਵਿਸਮਾਦ ਦੇਖੈ ਹਾਜ਼ਰਾ ਹਜ਼ੂਰ। ਵੇਖ ਵਿਡਾਣ ਰਹਿਆ ਵਿਸਮਾਦ। ਨਾਨਕ ਬੁੱਝਣ ਪੂਰੈ ਭਾਗ। ਹਾਂਜੀ, ਇਸ ਸ਼ਲੋਕ ਦੇ ਵਿੱਚ ਵਿਸਮਾਦ ਹੈਰਾਨੀ ਹੋਏਗੀ। ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ? ਨਾਦ ਕਹੀਏ ਆਵਾਜ਼, ਜਿਸ ਤਰ੍ਹਾਂ ਆਪਾਂ ਬੋਲਦੇ ਹਾਂ, ਆਵਾਜ਼ ਹੈ, ਧੁਨੀ ਹੈ। ਹਰ ਇੱਕ ਸਭਿਅਤਾ ਵਿੱਚ, ਹਰ ਇੱਕ ਇਲਾਕੇ ਦੇ ਵਿੱਚ ਆਪੋ ਆਪਣੀਆਂ ਧੁਨੀਆਂ ਨੇ, ਆਪੋ ਆਪਣੇ ਸ਼ਬਦ ਨੇ।
ਤੇ ਉਹਨਾਂ ਸ਼ਬਦਾਂ ਤੇ ਧੁਨੀਆਂ ਨੂੰ ਬੋਲ ਕੇ ਜੋ ਇੱਕ ਬੋਲੀ ਬਣਦੀ ਹੈ ਤੇ ਉਹਨੂੰ ਸਮਝਣ ਦੀ ਹਰ ਇੱਕ ਦੀ ਆਪਣੀ ਆਪਣੀ ਸਮਰੱਥਾ ਹੈ। ਤਾਂ ਇਹ ਵੀ ਇੱਕ ਵਿਸਮਾਦ ਪੈਦਾ ਕਰਦੀ ਹੈ। ਵੇਦ ਦਾ ਅਰਥ ਗੁਰਬਾਣੀ 'ਚ ਦੋ ਤਰ੍ਹਾਂ ਨਾਲ ਆਏਗਾ। ਇੱਕ ਵੇਦ ਦਾ ਅਰਥ ਹਿੰਦੂ ਧਰਮ ਦੇ 4 ਗ੍ਰੰਥਾਂ ਨਾਲ ਸੰਬੰਧਿਤ ਆਏਗਾ। ਦੂਜਾ ਵੇਦ ਦਾ ਅਰਥ ਆਵੇਗਾ ਗਿਆਨ। ਗਿਆਨ ਲਈ ਵੀ ਵੇਦ ਸ਼ਬਦ ਵਰਤਿਆ ਜਾਂਦਾ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਜਦੋਂ ਕਿਸੇ ਚੀਜ਼ ਦਾ ਕੋਈ ਗਿਆਨ ਆਦਿਕ ਹੁੰਦਾ ਹੈ ਜਾਂ ਜਿਹੜੇ ਧਰਮ ਗ੍ਰੰਥ ਪੁਸਤਕ ਰਚੇ ਜਾਂਦੇ ਆ, ਇਹ ਸਭ ਇੱਕ ਹੈਰਾਨੀ ਹੀ ਹੈਰਾਨੀ ਹੈ, ਅਚਰਜ ਹੀ ਅਚਰਜ ਹੈ। ਤੁਸੀਂ ਇਹਨਾਂ ਗੱਲਾਂ ਬਾਰੇ ਸੋਚੋ। ਪਾਣੀ, ਹਵਾ, ਧਰਤੀ, 4 ਖਾਣੀਆਂ ਜਿਹਦੇ ਵਿੱਚ ਦੀ ਜੀਵ ਪੈਦਾ ਹੋ ਰਹੇ ਨੇ, ਅੰਡਰ ਜੇਰੇ ਜੋਤ ਸੇਤਜ, ਸੰਜੋਗ ਅਤੇ ਵਿਜੋਗ ਹੋ ਜਾਣਾ, ਜੀਵ ਮਿਲੀ ਜਾਂਦੇ ਆ ਸੰਸਾਰ ਤੇ ਵਿਛੜੀ ਜਾਂਦੇ ਆ। ਤੇ ਇਹ ਵੀ ਇੱਕ ਹੈਰਾਨ ਕਰਨ ਵਾਲੇ ਕੌਤਕ ਨੇ। ਕੋਈ ਕਹਿੰਦਾ ਰੱਬ ਬੜਾ ਨੇੜੇ ਹੈ, ਕੋਈ ਕਹਿੰਦਾ ਬੜਾ ਦੂਰ ਹੈ। ਇਹ ਵੀ ਹੈਰਾਨੀ ਵਾਲੀਆਂ ਗੱਲਾਂ ਨੇ ਵੀ ਕਿਵੇਂ ਦੁਨੀਆ ਇਹਦੇ ਬਾਰੇ ਉਲਝ ਰਹੀ ਹੈ। ਤਾਂ ਇਹ ਸਾਰਾ ਕੁਝ ਦੇਖ ਕੇ ਗੁਰੂ ਸਾਹਿਬ ਕਹਿੰਦੇ ਵੇਖ ਵਿਡਾਨ ਰਹਿਆ ਵਿਸਮਾਦ। ਇਹ ਬੜੀ ਵਿਡਾਨ ਅਚਰਜਤਾ ਦੀ ਗੱਲ ਹੈ ਵੀ ਸਾਰੇ ਵਿਸਮਾਦ ਵਿਸਮਾਦ ਹੈ। ਨਾਨਕ ਬੁੱਝਣ ਪੂਰਾ ਭਾਗ। ਪਰ ਕਿਸੇ ਦਾ ਪੂਰਾ ਭਾਗ ਕਰਮ ਹੋਵੇ ਚੰਗਾ ਤਾਂ ਉਹਨੂੰ ਇਹ ਚੀਜ਼ਾਂ ਸਮਝ 'ਚ ਆਉਂਦੀਆਂ ਨੇ। ਅਦਰਵਾਈਜ਼ ਮਨੁੱਖ ਨੂੰ ਇਹ ਗੱਲਾਂ ਸਮਝ ਹੀ ਨਹੀਂ ਆਉਂਦੀਆਂ। ਇਹਨਾਂ ਦੇ ਬਾਰੇ ਸੋਚਣ ਦਾ ਉਹਦੇ ਕੋਲ ਸਮਾਂ ਹੀ ਨਹੀਂ ਹੁੰਦਾ, ਟਾਈਮ ਹੀ ਨਹੀਂ ਹੁੰਦਾ ਹੈ। ਤਾਂ ਬੜੇ ਇੱਕ ਸਿੰਪਲ ਜਿਹੇ ਤਰੀਕੇ ਨਾਲ ਗੁਰੂ ਸਾਹਿਬ ਜੀ ਇੱਕ ਆਮ ਮਨੁੱਖਾਂ ਦੇ ਆਲੇ ਦੁਆਲੇ ਜੋ ਵਰਤ ਰਿਹਾ ਹੈ, ਉਹਦੇ ਜ਼ਰੀਏ ਹੀ ਰੱਬ ਦੀ ਰੱਬਾਨੀਅਤ ਦਾ, ਪਰਮਾਤਮਾ ਦੀ ਸੱਤਿਆ ਦਾ ਅਹਿਸਾਸ ਕਰਾਉਂਦੇ ਹਨ। ਹਾਂਜੀ। ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੁਖ ਸਾਰ। ਹਾਂਜੀ, ਇੱਥੇ ਹੁਣ ਕੁਦਰਤ ਸ਼ਬਦ ਗੁਰੂ ਸਾਹਿਬ ਰਿਪੀਟ ਕਰਨਗੇ ਵਾਰੀ ਵਾਰੀ। ਕੁਦਰਤ ਦਾ ਅਰਥ ਗੁਰਬਾਣੀ ਦੇ ਵਿੱਚ ਇਸ ਤਰੀਕੇ ਨਾਲ ਆਵੇਗਾ। ਇੱਕ ਤਾਂ ਹੁੰਦਾ ਕੁਦਰਤ ਨੇਚਰ, ਜਿੰਨਾ ਨੇਚਰ ਆ, ਦਰਖਤਾਂ, ਪੇੜ ਪੌਦੇ, ਜੋ ਵੀ ਕੁਝ ਆ, ਇਹਨੂੰ ਆਪਾਂ ਕਹਿੰਦੇ ਕੁਦਰਤ, ਕੁਦਰਤ ਦਾ ਪਸਾਰਾ। ਇੱਕ ਕੁਦਰਤ ਦਾ ਅਰਥ ਹੁੰਦਾ ਹੈ ਤਾਕਤ, ਸਮਰੱਥਾ। ਜੋ ਆਪਾਂ ਜਪਜੀ ਸਾਹਿਬ 'ਚ ਪਾਠ ਕਰਦੇ ਹਾਂ, ਕੁਦਰਤ ਕਵਣ ਕਹਾਂ ਵਿਚਾਰ, ਮੇਰੀ ਕੀ ਕੁਦਰਤ ਹੈ, ਭਾਵ ਉੱਥੇ ਅਰਥ ਹੈ ਮੇਰੀ ਕੀ ਤਾਕਤ ਹੈ ਕਿ ਮੈਂ ਤੇਰੇ ਬਾਰੇ ਕੁਝ ਕਹਿ ਸਕਾਂ। ਤੋ ਕੁਦਰਤ ਦਾ ਅਰਥ ਇੱਥੇ ਆਪਾਂ ਲੈਣਾ, ਕੁਦਰਤ ਦਾ ਅਰਥ ਹੈ ਪਸਾਰਾ, ਅਚਰਜ ਕੌਤਕ, ਅਚਰਜ ਪਸਾਰਾ ਜਿਹੜਾ ਆਲੇ ਦੁਆਲੇ ਵਰਤਿਆ ਹੋਇਆ। ਇਹ ਰੱਬ ਜੀ ਦਾ ਕਿਹੋ ਜਿਹਾ ਪਸਾਰਾ, ਕਿਹੋ ਜਿਹੀ ਕੁਦਰਤ ਹੈ। ਕੁਦਰਤ ਦਾ ਅਰਥ ਕੇਵਲ ਨੇਚਰ ਨਹੀਂ ਹੈ। ਕਈ ਵਾਰੀ ਆਪਾਂ ਕੁਦਰਤ ਦਾ ਅਰਥ ਉਹਨੂੰ ਸੀਮਤ ਕਰ ਦਿੰਦੇ ਹਾਂ ਵੀ ਦਰਖਤ, ਪੇੜ ਪੌਦੇ, ਪਸ਼ੂ ਕੁਦਰਤ ਨੇ। ਮਨੁੱਖ ਵੀ ਕੁਦਰਤ, ਆਪਾਂ ਵੀ ਕੁਦਰਤ ਹੈ। ਜਿੰਨੀਆਂ ਬਿਲਡਿੰਗਸ ਬਣੀਆਂ ਹੋਈਆਂ ਇਹ ਵੀ ਕੁਦਰਤ ਹੈ। ਜੋ ਆ ਸਾਊਂਡ ਸਿਸਟਮ ਹੈ, ਜੋ ਆਲਾ ਦੁਆਲਾ, ਇਹ ਵੀ ਕੁਦਰਤ ਹੈ। ਜੋ ਸਾਡੀਆਂ ਗੱਡੀਆਂ, ਕਾਰਾਂ, ਉਹ ਵੀ ਕੁਦਰਤ ਹੈ। ਕਿਉਂਕਿ ਕੁਦਰਤ ਦੇ ਸੋਰਸਿਸ ਦੇ ਵਿੱਚੋਂ, ਸਾਧਨਾਂ ਦੇ ਵਿੱਚੋਂ ਉਹ ਚੀਜ਼ਾਂ ਅੱਗੇ ਬਣੀਆਂ ਨੇ ਲੈ ਕੇ। ਸਾਰਾ ਪਸਾਰਾ ਹੀ ਕੁਦਰਤ ਹੈ, ਸਾਰੇ ਹੀ ਪਸਾਰਾ। ਕੁਦਰਤ ਦਾ ਅਰਥ ਕੇਵਲ ਨੇਚਰ ਤੱਕ ਸੀਮਿਤ ਨਹੀਂ ਕਰਨਾ ਵੀ ਦਰਖਤ, ਪੇੜ ਪੌਦੇ, ਸਾਰਾ ਪਸਾਰਾ ਕੁਦਰਤ ਹੈ। ਤੇ ਇਹ ਹੈਰਾਨ ਕਰਨ ਵਾਲਾ ਹੈ। ਇਹ ਤੋਂ ਪਹਿਲਾਂ ਸ਼ਲੋਕ ਆ ਗਿਆ ਨਾ ਵਿਸਮਾਦ, ਇਹ ਸਾਰੇ ਹੈਰਾਨ ਕਰਨ ਵਾਲਾ ਹੈ। ਸਾਰੀ ਰੱਬ ਦੀ ਕੁਦਰਤ ਹੈ, ਇੱਕ ਅਚਰਜ ਕੌਤਕ ਹੈ, ਇੱਕ ਅਚਰਜ ਤਮਾਸ਼ਾ ਇਹ। ਇਹਦੇ ਬਾਰੇ ਹੁਣ ਗੁਰੂ ਸਾਹਿਬ ਜੀ ਵੱਖ-ਵੱਖ ਪੱਖ ਤੋਂ ਦੱਸ ਰਹੇ ਨੇ ਵੀ ਕਿਵੇਂ ਇਹ ਅਚਰਜ ਕੌਤਕ ਤਮਾਸ਼ਾ ਆਲੇ ਦੁਆਲੇ ਵਰਤ ਰਿਹਾ ਹੈ। ਹਾਂਜੀ ਭਾਈ ਸਾਹਿਬ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੁਖ ਸਾਰ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਵੇਦ ਪੁਰਾਣ ਕਤੇਬਾਂ। ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ। ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ। ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ। ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਨ ਪਾਣੀ ਬਹਿ ਸੰਤਰ। ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਪਾਕੀ ਨਾਈ ਪਾਕ, ਨਾਨਕ ਹੁਕਮੈ ਅੰਦਰ ਵੇਖੈ। ਵਰਤੈ ਤਾਕੋ ਤਾਕ। ਹਾਂਜੀ, ਇਹ ਸਾਰਾ ਹੀ ਇੱਕ ਅਚਰਜ ਕੌਤਕ ਹੈ, ਪਸਾਰਾ ਜਿੰਨਾ ਵੀ ਦੇਖ ਰਹੇ ਹਾਂ, ਜਿਸ ਦੇ ਵਿੱਚ ਭਾਉ, ਸੁਖ, ਸਾਰ, ਦਿਸਦਾ, ਸੁਣਦਾ ਜੋ ਵੀ ਕੁਝ ਹੈ,
ਕੱਪੜੇ ਪਹਿਨਣੇ, ਖਾਣਾ ਪੀਣਾ, ਜਾਤਾਂ ਜਿਨਸਾਂ ਰੰਗਾਂ ਦੇ ਨਾਮ, ਨੇਕੀਆਂ ਬਦੀਆਂ, ਕੁਦਰਤ, ਇਹ ਸਾਰਾ ਇੱਕ ਕੁਦਰਤ ਹੀ ਹੈ। ਇਹ ਰੱਬ ਦਾ ਇੱਕ ਪਸਾਰਾ ਹੀ ਹੈ। ਇਹ ਸਾਰਾ ਕੁਝ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਤੂੰ ਇਹਦਾ ਮਾਲਕ ਹੈ, ਬਣਾਉਣ ਵਾਲਾ ਹੈ। ਪਾਕੀ ਨਾਈ ਪਾਕ, ਨਾਈ ਨਹੀਂ ਕਹਿਣਾ ਇਹਨੂੰ, ਨਾਈ ਨਹੀਂ, ਸੈਨ ਨਾਈ ਬਤਕਾਰੀ, ਉਹ ਨਾਈ ਇੱਕ ਕਾਸ਼ ਨਾਲ ਸੰਬੰਧਿਤ ਸ਼ਬਦ ਆ ਜਾਏ। ਨਾਈ ਵਡਿਆਈ, ਤੇਰੀ ਇਹ ਵਡਿਆਈ ਹੈ ਵੀ ਕੁਦਰਤ ਤੇਰੇ ਹੀ ਰੂਪ ਹੈ, ਤੂੰ ਕੁਦਰਤ ਦਾ ਰੂਪ ਹੈ, ਪਰ ਇਹਦੇ ਵਿੱਚ ਹੋਣ ਦੇ ਬਾਵਜੂਦ ਤੂੰ ਪਾਕ ਹੈ, ਪਵਿੱਤਰ ਹੈ, ਲਿਬੜਿਆ ਹੋਇਆ ਨਹੀਂ। ਜੇ ਕਹੀਏ ਵੀ ਰੱਬ ਕੁਦਰਤ 'ਚ ਵਰਤਦਾ, ਇਹਦਾ ਮਤਲਬ ਕਿਸੇ ਨੇ ਡਾਕਾ ਮਾਰਿਆ, ਚੋਰੀ ਕੀਤੀ, ਰੱਬ ਨੇ ਡਾਕਾ ਮਾਰਿਆ, ਰੱਬ ਨੇ ਚੋਰੀ ਕੀਤੀ, ਇਸ ਤਰ੍ਹਾਂ ਨਹੀਂ। ਉਹ ਜਿਹੜੀਆਂ ਉਹਦੀਆਂ ਬੁਰਾਈਆਂ ਜਾਂ ਕਮੀਆਂ ਜਾਂ ਘਾਟਾਂ ਜਿਨ੍ਹਾਂ ਦਾ ਜ਼ਿਕਰ ਸਮਾਜ ਮਨੁੱਖ ਕਰਦਾ, ਤੂੰ ਉਹਨਾਂ ਤੋਂ ਸੁਤੰਤਰ ਹੈ। ਕੰਡੇ ਵੀ ਤੂੰ ਪੈਦਾ ਕੀਤੇ ਆ, ਫੁੱਲ ਵੀ ਤੂੰ ਪੈਦਾ ਕੀਤੇ ਹੈ ਸਾਰਾ ਕੁਝ ਤੇਰੀ ਰੂਪ ਹੈ, ਪਰ ਉਹਦੇ 'ਚ ਤੈਨੂੰ ਬੰਨਿਆ ਨਹੀਂ ਜਾ ਸਕਦਾ। ਇਸੇ ਕਰਕੇ ਸਰਗੁਣ ਦੇ ਨਾਲ ਨਾਲ ਨਿਰਗੁਣ ਦਾ ਕਨਸੈਪਟ ਲਿਆ ਜਾਂਦਾ ਰੱਬ ਦਾ। ਨਹੀਂ ਤਾਂ ਇਕੱਲੀ ਕੁਦਰਤ ਨੂੰ ਰੱਬ ਕਹਿ ਕੇ ਸਰ ਜਾਏਗਾ, ਪਰ ਫਿਰ ਬੁਰਾਈਆਂ ਵੀ ਰੱਬ 'ਚ ਲਿਆਉਣੀਆਂ ਪੈਣੀਆਂ। ਤਾਂ ਕਰਕੇ ਉਹਦੇ ਨਾਲ ਸਰਗੁਣ ਦਾ ਕਹਿ ਕੇ ਨਾ ਇੱਕ ਨਿਰਗੁਣ ਦਾ ਕਨਸੈਪਟ ਲਿਆ ਜਾਂਦਾ, ਜਿਹੜਾ ਨਿਰਲੇਪ ਹੈ ਚੀਜ਼ਾਂ ਤੋਂ। ਨਾਨਕ ਹੁਕਮੈ ਅੰਦਰ ਵੇਖੈ, ਉਹ ਆਪਣੇ ਹੁਕਮ ਆਪਣੀ ਰਜ਼ਾ ਵਿੱਚ ਸਾਰਿਆਂ ਨੂੰ ਦੇਖਦਾ, ਦੇਖਣ ਤੋਂ ਭਾਵ ਸੰਭਾਲ ਕਰਦਾ ਹੈ। ਵਰਤੈ ਤਾਕੋ ਤਾਕ, ਪਰ ਸਾਰਾ ਕੁਝ ਵਰਤੋਂ ਇਕੱਲਾ ਆਪ ਹੀ ਰਿਹਾ ਹੈ। ਹਾਂਜੀ। ਪੌੜੀ ਆਪੀ ਨਹਿ ਭੋਗ ਭੋਗ ਕੈ, ਹੋਏ ਭਸਮੜ ਭੌਰ ਸਦਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੁਆਇਆ। ਮਨ ਅੰਧੈ ਜਨਮ ਗਵਾਇਆ, ਮਨ ਅੰਧੈ ਜਨਮ ਗਵਾਇਆ। ਤੋ ਇਹ ਪੌੜੀ ਤੀਸਰੀ ਪੌੜੀ ਹੈ ਸਖੀਵਾਰ ਦੀ। ਇਹਦੇ 'ਚ ਵੀ ਮਨੁੱਖ ਦੇ ਬਾਰੇ ਦੱਸਿਆ। ਆਪੀਣੈ ਭੋਗ ਭੋਗ ਕੈ, ਹੋਏ ਭਸਮੜ ਭੌਰ ਸਿਧਾਇਆ। ਜੀਵ ਆਪਣੇ ਭੋਗਾਂ ਨੂੰ ਭੋਗ ਕੇ ਹੋਏ ਭਸਮੜ, ਭਸਮੜ ਦਾ ਤੇ ਭਸਮ ਦੀ ਮੜੀ, ਅਖੀਰ ਸਵਾਹ ਹੋ ਗਿਆ ਜਾਂ ਮਿੱਟੀ ਹੋ ਗਿਆ। ਭੌਰ ਸਿਧਾਇਆ, ਪਰ ਜਿਹੜਾ ਵਿੱਚ ਅੰਦਰ ਬੋਲਣ ਵਾਲਾ ਭੌਰ ਸੀ, ਆਤਮਾ ਕਹਿ ਲੋ, ਉਹ ਅੱਗੇ ਚਲਾ ਗਿਆ। ਵੱਡਾ ਹੋਆ ਦੁਨੀਦਾਰ, ਜਿਹੜਾ ਵੱਡਾ ਦੁਨੀਦਾਰ ਕਹਾਉਂਦਾ ਸੀ ਵਾਹਿਗੁਰੂ। ਵੱਡਾ ਹੋਆ ਦਾ ਅਰਥ ਵੱਡਾ ਦੁਨੀਆਦਾਰ ਵੀ ਹੈ, ਪਰ ਵੱਡਾ ਹੋਇਆ ਦਾ ਅਰਥ ਹੁੰਦਾ ਮਰ ਜਾਣਾ। ਕਮਾਲ ਦਾ ਵਚਨ ਹੈ ਇਹ। ਵੱਡਾ ਹੋਇਆ ਕਿਵੇਂ? ਮਰ ਜਾਣਾ। ਜਿਵੇਂ ਦੁਕਾਨ ਬੰਦ ਕਰਨੀ ਹੋਵੇ, ਉਹਨੂੰ ਬੰਦ ਕਰਨੀ ਨਹੀਂ ਕਹਿੰਦੇ, ਉਹਨੂੰ ਕਹਿੰਦੇ ਵਧਾ ਦੇਣੀ। ਵਧਾਤਾ ਮਤਲਬ ਬੰਦ ਕਰ ਦੇਣਾ। ਜਾਂ ਤੋ ਇੱਦਾਂ ਵੱਡਾ ਹੋਇਆ ਸ਼ਬਦ ਵਰਤਿਆ ਜਾਂਦਾ ਸੀ। ਦੀਵਾ ਵੱਡਾ ਕਰ ਦਿਓ, ਦੀਵਾ ਵੱਡਾ ਕਰ ਦਿਓ ਮਤਲਬ ਦੀਵਾ ਬੁਝਾ ਦਿਓ। ਅਗਲਾ ਇਹ ਨਹੀਂ ਸੀ ਕਹਿੰਦਾ ਵੀ ਦੀਵਾ ਬੁਝਾ ਦਿਓ। ਬਹੁਤ ਘਰਾਂ 'ਚ ਵਿਚਾਰ ਹੁੰਦੀ ਸੀ ਵੀ ਵੱਡਾ ਕਰ ਦਿਓ ਇਹਨੂੰ, ਮਤਲਬ ਇਹਨੂੰ ਬੁਝਾ ਦਿਓ। ਵੱਡੇ ਹੋਏ ਦਾ ਅਰਥ ਆ ਜਾਏਗਾ ਮਰ ਜਾਣਾ। ਜਿਹੜਾ ਬਹੁਤ ਆਪਣੇ ਆਪ ਨੂੰ ਦੁਨੀਆ ਦਾ ਤਕੜਾ ਸਮਝਦਾ ਸੀ, ਉਹ ਜਦੋਂ ਦੁਨੀਆ ਤੋਂ ਵੱਡਾ ਹੋਇਆ, ਚਲਾ ਗਿਆ, ਮਰ ਗਿਆ। ਗਲ ਸੰਗਲ ਘੱਤ ਚਲਾਇਆ, ਗਲ ਵਿੱਚ ਸੰਗਲ ਪਾ ਕੇ ਘੱਤ ਕੇ ਅੱਗੇ ਚਲਾ ਦਿੱਤਾ ਗਿਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਜੀਵ ਦੀ ਅੱਗੇ ਜਿਉਂਦੇ ਜੀ ਵੀ ਇਨ ਫਿਊਚਰ ਉਹਦੀ ਕਰਨੀ ਤੇ ਕੀਰਤ ਹੀ ਜੋ ਉਹਨੇ ਜ਼ਿੰਦਗੀ 'ਚ ਕੀਤਾ ਉਹ ਵਾਚੀ ਜਾਂਦੀ ਹੈ। ਇਹ ਲੇਖਾ ਉਹਨੂੰ ਸਮਝਾ ਦਿੱਤਾ ਜਾਂਦਾ ਹੈ। ਥਾਉ ਨਾ ਹੋਵੇ ਪਾਉਂਦੇ ਹੀ ਜੁੱਤੀਆਂ ਪੈਂਦਿਆਂ, ਜੇ ਉਹਨੇ ਮਾੜੇ ਕੰਮ ਕੀਤੇ ਉਹਨੂੰ ਫਿਰ ਥਾਂ ਨਹੀਂ ਮਿਲਦੀ, ਭਾਵ ਬੜੀਆਂ ਪੈਂਦੀਆਂ। ਹੁਣ ਸੁਣਿਆ ਕਿਆ ਰਵਾਇਆ। ਫਿਰ ਮਨੁੱਖ ਜਦੋਂ ਸਮਾਂ ਲੰਘ ਜਾਂਦਾ ਹੈ, ਕੀਤੇ ਕਰਮ ਦੀ ਜਦੋਂ ਸਜ਼ਾ ਮਿਲਦੀ ਹੈ, ਫਿਰ ਉਹ ਰੋਂਦਾ ਹੈ। ਪਰ ਹੁਣ ਗੁਰੂ ਸਾਹਿਬ ਕਹਿੰਦੇ ਵੀ ਕੀ ਫਾਇਦਾ ਰਿਗਰੈਟ ਕੀਤੇ ਦਾ, ਜੋ ਉਦੋਂ ਤੂੰ ਸਮਾਂ ਰਹਿੰਦੇ ਨਹੀਂ ਜੇ ਪਹਿਚਾਣ ਸਕਿਆ। ਮਨ ਅੰਧਾ ਜਨਮ ਗਵਾਇਆ। ਅੰਨਾ ਮਨ ਜਿਹੜਾ ਹੈ ਉਹ ਜਨਮ ਗਵਾ ਜਾਂਦਾ। ਅੰਧੇ ਮਨੁੱਖ ਨੇ ਮਨ ਪਿੱਛੇ ਲੱਗ ਕੇ ਜਨਮ ਗਵਾ ਦਿੱਤਾ, ਕਿਉਂ ਮਨ ਨੂੰ ਤਾਂ ਸੋਝੀ ਨਹੀਂ ਸੀ। ਸੋਝੀ ਤਾਂ ਗੁਰੂ ਨੂੰ ਸੀ, ਗੁਰੂ ਨੇ ਸੁਰਤ ਜਗਾਉਣੀ ਸੀ, ਉੱਧਰ ਧਿਆਨ ਨਹੀਂ ਦਿੱਤਾ, ਮਨ ਪਿੱਛੇ ਲੱਗਿਆ ਰਿਹਾ। ਇਸ ਤਰ੍ਹਾਂ ਜੀਵ ਆਪਣੇ ਜਨਮ ਨੂੰ ਗਵਾ ਜਾਂਦਾ ਹੈ। ਤੀਸਰੀ ਪੌੜੀ ਇੱਥੇ ਆ ਕੇ ਸੰਪੂਰਨ ਹੁੰਦੀ ਹੈ। ਤੋ ਅੱਜ ਦੇ ਵਚਨਾਂ ਦੇ ਵਿੱਚ ਆਪਾਂ ਨੇ 2 ਪੌੜੀਆਂ, ਪਹਿਲੀ ਪੌੜੀ ਤੱਕ ਪਹਿਲੇ ਸ਼ਲੋਕ 3 ਸ਼ਲੋਕ ਤੇ ਪਹਿਲੀ ਪੌੜੀ ਕੱਲ੍ਹ ਕੀਤੀ ਸੀ। ਅੱਜ ਦੂਜੀ ਪੌੜੀ ਤੇ ਤੀਜੀ ਪੌੜੀ ਤੇ ਇਹਦੇ ਨਾਲ ਦੇ ਸ਼ਲੋਕਾਂ ਦੀ ਵਿਚਾਰ ਕੀਤੀ ਹੈ। ਤੇ ਅਖੀਰ ਤੇ ਬੇਨਤੀ ਇਹ ਹੈ, ਦਾਵਾ ਕੋਈ ਨਹੀਂ ਸਾਧ ਸੰਗਤ ਜੀ, ਗੁਰਬਾਣੀ ਬੇਅੰਤ ਸਾਗਰ ਹੈ।
ਆਪਾਂ ਗੁਰੂ ਦੇ ਬੱਚਿਆਂ, ਗੁਰੂ ਦੇ ਸਿੱਖਾਂ, ਰਲ ਮਿਲ ਕੇ ਇੱਕ ਦੂਜੇ ਦੇ ਨਾਲ ਆਪਾਂ ਵੱਧ ਤੋਂ ਵੱਧ ਸਿੱਖ ਸਕਦੇ ਹਾਂ ਤੇ ਸਿੱਖਣਾ